ਓਮਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। 11ਵਾਂ ਅਵਤਾਰ ਸ਼ਿਵ। ਅਥ ਰੁਦਰ ਅਵਤਾਰ ਵਰਣਨ। ਹੁਣ ਰੁਦਰ ਅਵਤਾਰ ਦਾ ਵਰਣਨ। ਸ਼੍ਰੀ ਭਗਵਤੀ ਜੀ ਸਹਾਇ। ਤੋਟਕ ਛੰਦ। ਸਭ ਹੀ ਜਨ ਧਰਮ ਕੇ ਕਰਮ ਲਗੇ, ਸਾਰੇ ਹੀ ਲੋਕ ਧਰਮ ਕਰਮ ਵਿੱਚ ਲੱਗ ਗਏ। ਤਜ ਜੋਗ ਕੀ ਰੀਤ ਕੀ ਪ੍ਰੀਤ ਪਗੇ, ਲੋਕੀ ਯੋਗ ਦੀ ਰੀਤ ਦੀ ਪ੍ਰੀਤ ਛੱਡ ਕੇ ਭੱਜ ਗਏ। ਜਬ ਧਰਮ ਚਲੇ ਤਬ ਜਿਉ ਵੱਡੇ, ਜਦੋਂ ਧਰਮ ਚੱਲ ਪਿਆ ਤਾਂ ਜੀਵਾਂ ਵਿੱਚ ਵਾਧਾ ਹੋ ਗਿਆ। ਜਨ ਕੋਟ ਸਰੂਪ ਕੇ ਬ੍ਰਹਮ ਗਢੇ, ਅਤੇ ਲੋਕਾਂ ਨੇ ਕਰੋੜਾਂ ਰੂਪ ਦੇ ਬ੍ਰਹਮ ਕੱਢ ਲਏ। ਜਗ ਜੀਵਨ ਪਾਰ ਭਰੀ ਧਰਣੀ, ਜਗਤ ਦੇ ਜੀਵਾਂ ਨਾਲ ਧਰਤੀ ਭਰ ਗਈ। ਦੁੱਖ ਆਕੁਲ ਜਾਤ ਨਹੀਂ ਪਰਣੀ, ਫਲਸਵਰੂਪ ਦੁੱਖਾਂ ਨਾਲ ਵਿਆਕੁਲ ਹੋ ਗਈ, ਜਿਸ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਤਰ ਰੂਪ ਗਉ ਦਦ ਸਿੰਧ ਗਈ, ਧਰਤੀ ਗਊ ਦਾ ਰੂਪ ਧਾਰਨ ਕਰਕੇ ਛੀਰ ਸਮੁੰਦਰ ਨੂੰ ਗਈ। ਜਗਨਾਇਕ ਪੈ ਦੁੱਖ ਰੋਤ ਪਈ, ਅਤੇ ਜਗਤ ਦੇ ਸਵਾਮੀ ਅੱਗੇ ਆਪਣਾ ਦੁੱਖ ਰੋ ਕੇ ਦੱਸਿਆ। ਹਸ ਕਾਲ ਪ੍ਰਸੰਨ ਪਏ ਤਬ ਹੀ, ਜਦੋਂ ਹੀ ਧਰਤੀ ਦਾ ਦੁਖੜਾ ਕੰਨਾਂ ਨਾਲ ਸੁਣਿਆ। ਦੁੱਖ ਸ਼ਰਉਨਨ ਭੂਮ ਸੁਨਿਓ ਜਬ ਹੀ, ਤਾਂ ਕਾਲ ਪੁਰਖ ਪ੍ਰਸੰਨ ਹੋ ਕੇ ਹੱਸ ਪਏ। ਡਿੱਗ ਬਿਸਨ ਬੁਲਾਏ ਲਇਓ ਆਪਣੇ, ਉਹਨਾਂ ਨੇ ਆਪਣੇ ਕੋਲ ਵਿਸ਼ਨੂੰ ਜੀ ਨੂੰ ਬੁਲਾ ਲਿਆ। ਇਹ ਪਾਤ ਕਹਿਓ ਤਹਿ ਕੋ ਸੁਪਨੇ, ਅਤੇ ਉਸਨੂੰ ਇਸ ਤਰ੍ਹਾਂ ਕਿਹਾ। ਸਿਵ ਕਹਿਓ ਤੁਮ ਰੁਦਰ ਸਰੂਪ ਤਰੋ, ਕਾਲ ਪੁਰਖ ਨੇ ਕਿਹਾ, ਹੇ ਵਿਸ਼ਨੂੰ, ਤੁਸੀਂ ਰੁਦਰ ਦਾ ਰੂਪ ਧਾਰਨ ਕਰੋ। ਜਗ ਜੀਵਨ ਕੋ ਚਲ ਨਾਸ ਕਰੋ, ਅਤੇ ਜਗਤ ਦੇ ਜੀਵਾਂ ਦਾ ਚਲ ਕੇ ਨਾਸ਼ ਕਰੋ। ਤਬ ਹੀ ਤਹ ਰੁਦਰ ਸਰੂਪ ਤਰਿਓ, ਤਦੋਂ ਹੀ ਉਸਨੇ ਵਿਸ਼ਨੂੰ ਜੀ ਨੇ ਰੁਦਰ ਦਾ ਸਰੂਪ ਧਾਰਨ ਕੀਤਾ। ਜਗ ਜੰਤ ਸੰਘਾਰ ਕੇ ਜੋਗ ਕਰਿਓ, ਅਤੇ ਜਗਤ ਦੇ ਜੀਵਾਂ ਦਾ ਸੰਘਾਰ ਕਰਕੇ ਯੋਗ ਮਤ ਦੀ ਸਥਾਪਨਾ ਕੀਤੀ। ਕਹਿ ਹੋ ਸ਼ਿਵ ਜੈਸਕ ਜੁੱਧ ਕੀਏ, ਮੈਂ ਕਹਿੰਦਾ ਹਾਂ ਸ਼ਿਵ ਨੇ ਜਿਸ ਤਰ੍ਹਾਂ ਦੇ ਯੁੱਧ ਕੀਤੇ। ਸੁਖ ਸੰਤਨ ਕੋ ਜਿਹ ਪਾਤ ਦੀਏ, ਸੁਖ ਸੰਤਨ ਕੋ ਜਿਹ ਪਾਤ ਦੀਏ, ਅਤੇ ਸੰਤਾਂ ਨੂੰ ਜਿਸ ਤਰ੍ਹਾਂ ਸੁਖ ਦਿੱਤੇ। ਗਨਿਓ ਜਿਹੇ ਪਾਤ ਬਰੀ ਗਿਰਜਾ, ਫਿਰ ਦੱਸਾਂਗਾ ਜਿਸ ਤਰ੍ਹਾਂ ਉਹਨਾਂ ਨੇ ਪਾਰਵਤੀ ਗਿਰਜਾ ਨਾਲ ਵਿਆਹ ਕੀਤਾ। ਜਗਜੀਤ ਸੁਯੰਭਰ ਮੋਹ ਸੁਪ੍ਰਭਾ, ਅਤੇ ਉਸ ਸੁੰਦਰੀ ਨੂੰ ਸੁਯੰਭਰ ਵਿੱਚ ਜਿੱਤਿਆ। ਜਿਮ ਅੰਧਕ ਸੋ ਹਰ ਜੁੱਧ ਕਰਿਓ, ਜਿਵੇਂ ਅੰਧਕ ਨਾਂ ਦੇ ਦੈਂਤ ਨਾਲ ਸ਼ਿਵ ਜੀ ਨੇ ਯੁੱਧ ਕੀਤਾ। ਜਿਹ ਪਾਤ ਮਨੋਜ ਕੇ, ਜਿਹ ਪਾਤ ਮਨੋਜ ਕੋ ਮਾਨ ਰਹਿਓ, ਅਤੇ ਜਿਸ ਤਰ੍ਹਾਂ ਕਾਮਦੇਵ ਦਾ ਅਹੰਕਾਰ ਦੂਰ ਕੀਤਾ। ਦਲ ਦੈਤ ਦਲੇ ਕਰ ਕੋਪ ਜਿਮਨ, ਜਿਸ ਤਰ੍ਹਾਂ ਕ੍ਰੋਧ ਕਰਕੇ ਦੈਂਤਾਂ ਦੇ ਦਲ ਨੂੰ ਦਲ ਦਿੱਤਾ। ਕਹਿਓ ਸਭ ਛੋਰ ਪ੍ਰਸੰਗ ਤਿਮਨ, ਤਿਵੇਂ ਹੀ ਮੈਂ ਮੁੱਢੋਂ ਇਹ ਸਾਰੇ ਪ੍ਰਸੰਗ ਕਹਿੰਦਾ ਹਾਂ। ਪਾਦਰੀ ਛੰਦ। ਜਬ ਹੋਤ ਤਰਨ ਪਾਰਾ ਕਰਾਤ, ਜਬ ਹੋਤ ਤਰਨ ਪਾਰਾ ਕਰਾਤ, ਜਦੋਂ ਪਾਰ ਨਾਲ ਧਰਤੀ ਪੀੜਿਤ ਹੋ ਜਾਂਦੀ ਹੈ। ਤਬ ਪਰਤ ਨਾਹੀਂ ਤਹ ਹਿਰਦੇ ਸਾਤ, ਤਦੋਂ ਉਸ ਦੇ ਹਿਰਦੇ ਨੂੰ ਸ਼ਾਂਤੀ ਨਹੀਂ ਆਉਂਦੀ। ਤਬ ਦਦ ਸਮੁੰਦਰ ਕਰੇ ਪੁਕਾਰ, ਤਦ ਉਹ ਛੀਰ ਸਮੁੰਦਰ ਵੱਲ ਜਾ ਕੇ ਅਰਜ਼ੋਈ ਕਰਦੀ ਹੈ। ਤਬ ਤਰਤ ਬਿਸਨ ਰੁਦਰਾਵਤਾਰ, ਤਦ ਵਿਸ਼ਨੂੰ ਜੀ ਰੁਦਰ ਅਵਤਾਰ ਧਾਰਨ ਕਰਦੇ ਹਨ।
ਤਬ ਕਰਤ ਸਕਲ ਦਾਨਵ ਸੰਘਾਰ। ਤਦ ਰੁਦਰ ਸਾਰਿਆਂ ਦੈਂਤਾਂ ਦਾ ਸੰਘਾਰ ਕਰਦੇ ਹਨ। ਕਰ ਦਨੁਜ ਪ੍ਰਲਵ ਸੰਤਨ ਉਧਾਰ। ਦੈਂਤਾਂ ਲਈ ਪਰਲੋ ਲਿਆਉਂਦੇ ਹੈ ਅਤੇ ਸੰਤਾਂ ਦਾ ਉਧਾਰ ਕਰਦੇ ਹਨ। ਇਹ ਪਾਤ ਸਕਲ ਕਰ ਦੁਸ਼ਟ ਨਾਸ। ਇਸ ਤਰ੍ਹਾਂ ਸਾਰੇ ਦੁਸ਼ਟਾਂ ਦਾ ਨਾਸ਼ ਕਰਕੇ ਪੁੰਨ ਕਰਤ ਹਿਰਦੇ ਭਗਵਾਨ ਪਾਸ। ਫਿਰ ਭਗਵਾਨ ਦੇ ਹਿਰਦੇ ਵਿੱਚ ਨਿਵਾਸ ਜਾ ਕਰਦੇ ਹਨ। ਟੋਟਕ ਛੰਦ। ਤ੍ਰਿਪੁਰੇ ਇੱਕ ਦੈਤ ਵਡਿਓ ਤ੍ਰਿਪੁਰਨ। ਤ੍ਰਿਪੁਰ ਨਾਂ ਦਾ ਇੱਕ ਦੈਤ ਮਧੂ ਦੈਤ ਵੱਲੋਂ ਬਣਾਇਆ 3 ਪੁਰੀਆਂ ਵਿੱਚ ਜ਼ੋਰ ਪਕੜ ਗਿਆ। ਜਿਹ ਤੇਜ ਤਪੇ ਰਵ ਜਿਉ ਤ੍ਰਿਪੁਰਨ। ਉਸ ਦਾ ਸੂਰਜ ਵਾਂਗ ਤੇਜ 3 ਪੁਰੀਆਂ ਵਿੱਚ ਤਪਦਾ ਸੀ। ਬਰਦਾਏ ਮਹਾਸੁਰ ਐਸ ਪਇਓ। ਵਰ ਪ੍ਰਾਪਤ ਕਰਕੇ ਉਹ ਮਹਾਦੈਤ ਅਜਿਹਾ ਹੋ ਗਿਆ ਜਿਨ ਲੋਕ ਚਤੁਰਦਸ ਜੀਤ ਲਿਓ ਕਿ ਉਸ ਨੇ 14 ਲੋਕਾਂ ਨੂੰ ਜਿੱਤ ਲਿਆ। ਜੋ ਏਕ ਹੀ ਬਾਣ ਹਣੇ ਤ੍ਰਿਪੁਰਨ। ਉਸ ਦੈਤ ਨੂੰ ਵਰਦਾਨ ਪ੍ਰਾਪਤ ਸੀ ਕਿ ਜੋ ਇੱਕੋ ਤੀਰ ਨਾਲ ਤ੍ਰਿਪੁਰ ਨੂੰ ਨਸ਼ਟ ਕਰਨ ਦੀ ਸਮਰੱਥਾ ਰੱਖਦਾ ਸੀ। ਸੋ ਨਾਸ ਕਰੇ ਤਹਿ ਦੈਤ ਦੁਰਨ। ਉਹ ਉਸ ਭਿਆਨਕ ਦੈਤ ਦਾ ਸੰਘਾਰ ਕਰੇਗਾ। ਉਹੀ ਉਸ ਭਿਆਨਕ ਦੈਤ ਦਾ ਸੰਘਾਰ ਕਰੇਗਾ। ਅਸ ਕੋ ਪ੍ਰਗਟਿਓ ਕਬ ਤਾਹੇ ਗਨੇ। ਅਜਿਹਾ ਕੌਣ ਪ੍ਰਗਟ ਹੋਇਆ ਹੈ? ਕਵੀ ਉਸ ਦਾ ਵਰਣਨ ਕਰਦਾ ਹੈ। ਇੱਕ ਬਾਣ ਹੀ ਸੋ ਪੁਰ 3 ਹਨੇ। ਜਿਸਨੇ ਇੱਕ ਹੀ ਬਾਣ ਨਾਲ 3 ਪੁਰੀਆਂ ਨਸ਼ਟ ਕਰ ਦਿੱਤੀਆਂ ਹਨ। ਸਿਵ ਤਾਏ ਚਲਿਓ ਤਹਿ ਮਾਰਨ ਕੋ। ਸ਼ਿਵ ਜੀ ਉਸ ਨੂੰ ਮਾਰਨ ਲਈ ਜਗ ਕੇ ਸਭ ਜੀਵ ਉਧਾਰਨ ਕੋ ਅਤੇ ਸਾਰੇ ਜਗਤ ਦੇ ਜੀਵਾਂ ਨੂੰ ਬਚਾਉਣ ਲਈ ਚੱਲ ਪਏ। ਕਰ ਕੋਪ ਤਜਿਓ ਸਿਤ ਸੁਧ ਸਰਨ। ਉਸਨੇ ਕ੍ਰੋਧ ਕਰਕੇ ਇੱਕ ਬਹੁਤ ਚਮਕਦਾ ਤੀਰ ਛੱਡਿਆ। ਇੱਕ ਬਾਰ ਹੀ ਨਾਸ ਕੀਓ ਤ੍ਰਿਪੁਰਨ ਅਤੇ ਇੱਕੋ ਵਾਰ 3 ਪੁਰੀਆਂ ਦਾ ਨਾਸ ਕਰ ਦਿੱਤਾ। ਲਖ ਕੌਤਕ ਸਾਧ ਸਭੇ ਹਰਿ ਕੇ। ਇਸ ਕੌਤਕ ਨੂੰ ਵੇਖ ਕੇ ਸਾਰੇ ਸਾਧ ਦੇਵਤੇ ਪ੍ਰਸੰਨ ਹੋਏ। ਸੁਮਨ ਬਰਖਾ ਨਭ ਤੇ ਬਰਖੇ ਅਤੇ ਆਕਾਸ਼ ਤੋਂ ਫੁੱਲਾਂ ਦੀ ਬਰਖਾ ਹੋਣ ਲੱਗੀ। ਧੁਨ ਪੂਰ ਰਹੇ ਜय ਸਦ ਹੁਵਨ। ਜੈ ਜੈਕਾਰ ਦੀ ਧੁਨੀ ਗੁੰਜਣ ਲੱਗ ਪਈ। ਗਿਰ ਹੇਮ ਹਲਾਚਲ ਕੰਪ ਪੁਵਨ। ਹਿਮਾਲੇ ਪਰਬਤ ਵਿੱਚ ਹਲਚਲ ਮਚ ਗਈ ਅਤੇ ਧਰਤੀ ਕੰਬਣ ਲੱਗ ਗਈ। ਦਿਨ ਕੇ ਤੱਕ ਬੀਤ ਗਏ ਜਬ ਹੀ। ਜਦੋਂ ਕੁਝ ਸਮਾਂ ਬੀਤ ਗਿਆ। ਅਸੁਰੰਧਕ ਬੀਰ ਬਿਓ ਤਬ ਹੀ। ਤਦੋਂ ਅੰਧਕ ਨਾਂ ਦਾ ਦੂਜਾ ਵੀਰ ਪੈਦਾ ਹੋ ਗਿਆ। ਤਬ ਬੈਲ ਚੜਿਓ ਗਹਿ ਸੂਲ ਸਿਵਨ। ਤਦੋਂ ਸ਼ਿਵ ਤ੍ਰਿਸ਼ੂਲ ਫੜ ਕੇ ਬਲਦ ਉੱਤੇ ਚੜ ਚੱਲੇ। ਸੁਰ ਚੌਕ ਚਲੇ ਹਰ ਕੋਪ ਕਿਵਨ। ਸ਼ਿਵ ਦੇ ਕ੍ਰੋਧ ਕਰਨ ਤੋਂ ਸਾਰੇ ਦੇਵਤੇ ਚੌਂਕ ਗਏ। ਗਣ ਗੰਧਰਵ ਜਛ ਸਭੇ ਉਰੰਗਨ। ਸਾਰਿਆਂ ਗਣਾਂ ਗੰਧਰਵਾਂ ਯਕਸ਼ਾਂ ਸੱਪਾਂ ਵਰਦਾਨ ਦਇਓ ਸ਼ਿਵ ਕੋ ਦੁਰੰਗਨ। ਅਤੇ ਦੁਰਗਾ ਨੇ ਸ਼ਿਵ ਨੂੰ ਵਰਦਾਨ ਦਿੱਤਾ ਸੀ। ਹਨਿਓ ਨਿਰਖੰਤ ਮੁਰਾਰ ਸੁਰਨ। ਕਿ ਵੇਖਦਿਆਂ ਹੀ ਵੇਖਦਿਆਂ ਸ਼ਿਵ ਦੇਵਤਿਆਂ ਦੇ ਵੈਰੀ ਅੰਧਕ ਨੂੰ ਇਸ ਤਰ੍ਹਾਂ ਮਾਰਨਗੇ। ਤ੍ਰਿਪੁਰਾਰ ਹਨਿਓ ਜਿਮ ਕੈ ਤ੍ਰਿਪੁਰਨ। ਜਿਵੇਂ ਤ੍ਰਿਪੁਰ ਨੂੰ ਵਿੰਨ ਕੇ ਤ੍ਰਿਪੁਰ ਦੈਤ ਨੂੰ ਮਾਰਿਆ ਸੀ। ਉਹ ਔਰ ਚੜੇ ਦਲ ਲੈ ਦੁਜਨਨ। ਉਧਰੋਂ ਵੈਰੀ ਅੰਧਕ ਸੈਨ ਦਲ ਲੈ ਕੇ ਚੜਿਆ। ਇਹ ਔਰ ਰਿਸਰਿਓ ਗਹਿ ਸੂਲ ਸਿਵਨ। ਅਤੇ ਇਧਰੋਂ ਹੱਥ ਵਿੱਚ ਤ੍ਰਿਸ਼ੂਲ ਪਕੜ ਕੇ ਸ਼ਿਵ ਨੇ ਕ੍ਰੋਧ ਕੀਤਾ। ਰਣ ਰੰਗ ਰੰਗੇ ਰਣ ਤੀਰ ਰਣਨ। ਉਹ ਦੋਵੇਂ ਰਣ ਦੀ ਰਣਭੂਮੀ ਵਿੱਚ ਯੁੱਧ ਦੇ ਰੰਗ ਵਿੱਚ ਰੰਗੇ ਹੋਏ ਸਨ। ਜਨ ਸੋਬਤ ਪਾਵਕ ਜੁਆਲ ਬਣਨ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਬਨ ਵਿੱਚ ਅੱਗ ਦੀਆਂ ਬਲਦੀਆਂ ਹੋਈਆਂ ਲਾਟਾਂ ਸੁਸ਼ੋਭਿਤ ਹੋਣ।
ਦਨ ਦੇਵ ਦੋਉ ਰਣ ਰੰਗ ਰਚੇ। ਦੇਵਤੇ ਅਤੇ ਦੈਂਤ ਦੋਵੇਂ ਯੁੱਧ ਵਿੱਚ ਰੁੱਝ ਗਏ। ਗਹਿ ਸ਼ਸਤਰ ਸਭੇ ਰਸ ਰੁਦਰ ਮਚੇ। ਸ਼ਸਤਰ ਫੜ ਕੇ ਸਾਰੇ ਯੁੱਧ ਕਰਮ ਵਿੱਚ ਮਸਤ ਹੋ ਗਏ। ਸਰ ਛਾੜਤ ਬੀਰ ਦੋ ਹਰਖੇ। ਦੋਹਾਂ ਪਾਸਿਆਂ ਦੇ ਯੋਧੇ ਹਰਖ ਨਾਲ ਬਾਣ ਛੱਡਦੇ ਸਨ। ਜਨ ਅੰਤ ਪ੍ਰਲਯ ਕਨ ਸਹਿ ਬਰਖੇ। ਮਾਨੋ ਪਰਲੋ ਦੇ ਅੰਤ ਵਿੱਚ ਬੱਦਲ ਬਰਖਾ ਕਰ ਰਹੇ ਹੋਣ। ਰੁਆਮਲ ਛੰਦ। ਕਾਇ ਖਾਏ ਭਜੇ ਸੁਰਾਰਦਨ ਕੋਪ ਓਪ ਮਿਟਾਏ। ਦੇਵਤਿਆਂ ਦੇ ਵੈਰੀ ਦੈਂਤ ਕਾਇਲ ਹੋ ਕੇ ਤੇਜਹੀਣ ਅਵਸਥਾ ਵਿੱਚ ਭੱਜਣ ਲੱਗੇ। ਅੰਧ ਕੰਧ ਫਿਰਿਓ ਤਬੇ ਜੈ ਦੁੰਦ ਪੀਨ ਬਜਾਏ। ਤਦੋਂ ਅੰਧਕ ਦੈਤ ਮਸਤੀ ਨਾਲ ਜਿੱਤ ਦੇ ਨਗਾਰੇ ਵਜਾ ਕੇ ਘੁੰਮਣ ਲੱਗਿਆ। ਸੂਲ ਸਹਿਤ ਪਰਿਖ ਪਟਸ ਬਾਣ ਓਕ ਪ੍ਰਹਾਰ। ਤ੍ਰਿਸ਼ੂਲ ਸਹਿਤੀ ਪਰਖ ਪੱਟਾ ਅਤੇ ਬਾਣ ਆਦਿ ਦੇ ਪ੍ਰਹਾਰ ਹੋਣ ਲੱਗੇ। ਪੇਲ ਪੇਲ ਗਿਰੇ ਸੋ ਬੀਰ ਨਖੇਲ ਜਾਨੋ ਧਮਾਰ। ਤਮਕਤਕੀ ਨਾਲ ਸੂਰਮੇ ਡਿੱਗ ਰਹੇ ਸਨ, ਮਾਨੋ ਧਮਾਰ ਨਾਚ ਖੇਡ ਰਹੇ ਹੋਣ। ਸੇਲ ਰੇਲ ਪਏ ਤਹਾਂ ਅਰ ਤੇਗ ਤੀਰ ਪ੍ਰਹਾਰ। ਉੱਥੇ ਯੁੱਧ ਭੂਮੀ ਵਿੱਚ ਬਰਛੀਆਂ ਦੇ ਬਹੁਤ ਵਾਰ ਹੋਏ ਅਤੇ ਤੀਰਾਂ ਤੇ ਤਲਵਾਰਾਂ ਦੇ ਪ੍ਰਹਾਰ ਹੋਏ। ਗਾਹ ਗਾਹ ਫਿਰੇ ਫਵਜਨ ਬਾਹ ਬਾਹ ਹਥਿਆਰ। ਥਾਂ ਥਾਂ ਸੈਨਿਕ ਫਿਰ ਰਹੇ ਸਨ ਅਤੇ ਵਾਹੋ ਦਾਹੀ ਸ਼ਸਤਰ ਚਲਾ ਰਹੇ ਸਨ। ਅੰਗ ਪੰਗ ਪਰੇ ਕਹੂੰ ਸਰਬੰਗ ਸਰੋਨਤ ਪੂਰ। ਕਿਤੇ ਕਿਸੇ ਦੇ ਕੱਟੇ ਹੋਏ ਅੰਗ ਡਿੱਗੇ ਪਏ ਸਨ ਅਤੇ ਕਿਤੇ ਸਾਰੇ ਸਰੀਰ ਲਹੂ ਨਾਲ ਲੱਥ-ਪੱਥ ਹੋਏ ਪਏ ਸਨ। ਏਕ ਏਕ ਬਰੀ ਅਨੇਕਨ ਹੇਰ ਹੇਰ ਸੂ ਹੂਰ। ਇੱਕ ਇੱਕ ਯੋਧੇ ਨੇ ਵੇਖ ਵੇਖ ਕੇ ਅਨੇਕਾਂ ਹੋਰਾਂ ਵਰੀਆਂ ਸਨ। ਚੌਰ ਚੀਰ ਰਥੀ ਰਥੋਤਮ ਬਾਜ ਰਾਜ ਅਨੰਤ। ਕਿਤੇ ਅਨੰਤ ਚੋਰਾਂ ਬਸਤਰ ਘੋੜੇ ਰਥ ਰਥੀ ਅਤੇ ਰਾਜੇ ਡਿੱਗੇ ਪਏ ਸਨ। ਸ਼੍ਰੋਣ ਕੀ ਸਰਤਾ ਉੱਠੀ ਸੁਬੇਅੰਤ ਰੂਪ ਦੁਰੰਤ। ਬਹੁਤ ਭਿਆਨਕ ਰੂਪ ਵਾਲੀ ਲਹੂ ਦੀ ਨਦੀ ਵਗਣ ਲੱਗੀ ਸੀ। ਸਾਜ ਬਾਜ ਕਟੇ ਕਹੂੰ ਗਜ ਰਾਜ ਤਾਜ ਅਨੇਕ। ਕਿਤੇ ਸੁਸ਼ਜਿਤ ਘੋੜੇ ਕਟੇ ਹੋਏ ਡਿੱਗੇ ਪਏ ਸਨ ਅਤੇ ਕਿਤੇ ਸ਼੍ਰੇਸ਼ਟ ਹਾਥੀ ਮੁਕਟਾਂ ਸਹਿਤ ਪਏ ਸਨ। ਉਸ਼ਟ ਪੁਸ਼ਟ ਗਿਰੇ ਕਹੂੰ ਰਿਪ ਬਾਚੀਅਨ ਨਹੀਂ ਏਕ। ਕਿਤੇ ਤਕੜੇ ਊਂਠ ਡਿੱਗੇ ਪਏ ਸਨ ਅਤੇ ਵੈਰੀਆਂ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ ਸੀ। ਛਾੜ ਛਾੜ ਚਲੇ ਤਹਾਂ ਨਿਰਪ ਸਾਜ ਬਾਜ ਅਨੰਤ। ਅਨੰਤ ਸੁਸੱਜਿਤ ਘੋੜੇ ਛੱਡ ਛੱਡ ਕੇ ਰਾਜੇ ਉੱਥੋਂ ਖਿਸਕ ਰਹੇ ਸਨ। ਗਾਜ ਗਾਜ ਹਨੇ ਸਦਾ ਸਿਵ ਸੂਰ ਬੀਰ ਦੁਰੰਤ। ਸ਼ਿਵ ਜੀ ਨੇ ਗੱਜ ਵੱਜ ਕੇ ਭਿਆਨਕ ਸੂਰਵੀਰਾਂ ਨੂੰ ਮਾਰ ਦਿੱਤਾ ਸੀ। ਪਾਜ ਪਾਜ ਚਲੇ ਹਠੀ ਹਥਿਆਰ ਹਾਥ ਬਿਸਾਰ। ਹੱਥਾਂ ਵਿੱਚ ਹਥਿਆਰ ਧਾਰਨ ਕਰਨ ਦੀ ਗੱਲ ਨੂੰ ਭੁਲਾ ਕੇ ਹਠੀ ਯੁੱਧਵੀਰ ਭੱਜਦੇ ਜਾਂਦੇ ਸਨ। ਬਾਣ ਪਾਣ ਕਮਾਣ ਛਾੜ ਸੂ ਚਰਮ ਬਰਮ ਵਿਸਾਰ। ਕਈ ਕਵਚ ਢਾਲਾਂ ਅਤੇ ਹੱਥਾਂ ਵਿੱਚ ਤੀਰ ਕਮਾਨਾਂ ਨੂੰ ਭੁਲਾ ਕੇ ਛੱਡ ਕੇ ਜਾ ਰਹੇ ਸਨ। ਨਰਾਜ ਛੰਦ। ਜਿਤੇ ਕੁ ਸੂਰ ਤਾਇਨ। ਜਿਤਨੇ ਵੀ ਸੂਰਮੇ ਤਾਵਾਂ ਕਰਕੇ ਆਏ ਸਨ, ਤਿਤੇਕ ਰੁਦਰ ਕਾਇਨ। ਉਤਨੇ ਹੀ ਸ਼ਿਵ ਜੀ ਨੇ ਮਾਰ ਦਿੱਤੇ। ਜਿਤੇ ਕੁ ਔਰ ਤਾਵਹੀ। ਜਿਤਨੇ ਹੋਰ ਤਾਵਾ ਕਰਨਗੇ, ਤਿਤਿਓ ਮਹੇਸ਼ ਕਾਵਹੀ। ਉਤਨਿਆਂ ਨੂੰ ਸ਼ਿਵ ਜੀ ਮਾਰ ਦੇਵਾਂਗੇ। ਉਤਨਿਆਂ ਨੂੰ ਸ਼ਿਵ ਜੀ ਮਾਰ ਦੇਣਗੇ। ਕਬੰਦ ਅੰਧ ਉੱਠਹੀ। ਤੜ ਅੰਨੇ ਵਾਹ ਉੱਠ ਕੇ ਭੱਜ ਰਹੇ ਸਨ। ਬਸੇਖ ਬਾਣ ਬੁੱਟਹੀ। ਵਿਸ਼ੇਸ਼ ਬਾਣ ਬਰਖਾ ਹੋ ਰਹੀ ਸੀ। ਪਿਨਾਕ ਬਾਣ ਤੇ ਹਣੇ। ਅਨੰਤ ਬਣੇ ਫਿਰਦੇ ਸੂਰਮੇ, ਅਨੰਤ ਸੂਰਮਾ ਬਣੇ।
ਸ਼ਿਵ ਹੱਥੋਂ ਮਾਰੇ ਗਏ। ਰਸਾਵਲ ਛੰਦ। ਸਿਲਹਾਂ ਸੰਜ ਸਜੇ, ਸ਼ਸਤਰਾਂ ਅਤੇ ਕਵਚਾਂ ਨਾਲ ਸਜੇ ਹੋਏ ਚਹੁੰ ਔਰ ਗਜੇ ਯੋਧੇ ਚੌਹਾਂ ਪਾਸੇ ਗੱਜ ਰਹੇ ਸਨ। ਮਹਾਬੀਰ ਬੰਕੇ, ਉਹ ਅਜਿਹੇ ਬਾਕੇ ਵੀਰ ਸਨ, ਮਿਟੇ ਨਾਹ ਡੰਕੇ, ਕਿ ਜਿਨ੍ਹਾਂ ਦਾ ਡੰਕਾ ਕਦੇ ਮਿਟ ਨਹੀਂ ਸਕਦਾ। ਬਜੇ ਘੋਰ ਬਾਜਨ, ਵਾਜੇ ਭਿਆਨਕ ਨਾਦ ਨਾਲ ਵੱਜਦੇ ਸਨ। ਸਜੇ ਸੂਰ ਸਾਜਨ, ਸੂਰਮੇ ਯੁੱਧ ਦੀ ਸਜਾਵਟ ਦੇ ਸਾਮਾਨ ਨਾਲ ਚੰਗੀ ਤਰ੍ਹਾਂ ਸਜੇ ਹੋਏ ਸਨ। ਕਣਨ ਜੇਮ ਗਜੇ, ਉਹ ਬਦਲਾਂ ਵਾਂਗ ਗੱਜਦੇ ਸਨ। ਮਹਿਖੁਆ ਸਜੇ ਅਤੇ ਵੱਡੀਆਂ ਧਨੁਸ਼ਾਂ ਨਾਲ ਸਜੇ ਹੋਏ ਸਨ। ਮਹਿਖੁਆਸ ਧਾਰੀ, ਦੇਵਤੇ ਵੀ ਵੱਡੇ ਆਕਾਰ ਪ੍ਰਕਾਰ ਦੇ ਧਨੁਸ਼ ਧਾਰਨ ਕਰਕੇ ਚਲੇ ਬਿਓਮਚਾਰੀ ਯੁੱਧ ਭੂਮੀ ਵਿੱਚ ਪਹੁੰਚ ਗਏ। ਸੁਭਨ ਸੂਰ ਹਰਖੇ, ਉਹਨਾਂ ਨੂੰ ਵੇਖ ਕੇ ਸਾਰੇ ਸੂਰਮੇ ਆਨੰਦਿਤ ਹੋ ਗਏ। ਸਰਨ ਤਾਰ ਬਰਖੇ ਅਤੇ ਬਾਣਾਂ ਦੀ ਬਰਖਾ ਹੋਣ ਲੱਗ ਗਈ। ਤਰੇ ਬਾਣ ਪਾਣਨ, ਸੂਰਵੀਰਾਂ ਨੇ ਹੱਥਾਂ ਵਿੱਚ ਬਾਣ ਲਏ ਹੋਏ ਸਨ। ਚੜੇ ਤੇਜ ਮਾਣਨ ਅਤੇ ਤੇਜ ਤੇ ਮਾਣ ਨਾਲ ਯੁੱਧ ਕਰਨ ਲਈ ਚੜੇ ਸਨ। ਕਟਾਕਟ ਬਾਹੇ, ਕਟਾਕਟ ਸ਼ਸਤਰ ਚਲਾ ਰਹੇ ਸਨ। ਅਧੋ ਅੰਗ ਲਾਹੇ, ਅਤੇ ਵੈਰੀ ਦੇ ਅੱਧੇ ਅੰਗ ਅਰਥਾਤ ਸਿਰ ਲਾਹ ਰਹੇ ਸਨ। ਰਿਸੇ ਰੋਸ ਰੁਦਰਨ, ਰੁਦਰ ਕ੍ਰੋਧ ਨਾਲ ਭਰੇ ਹੋਏ ਸੀ। ਚਲੇ ਪਾਜ ਛੁਦਰਨ, ਜਿਸ ਨੂੰ ਵੇਖ ਕੇ ਕਾਇਰ ਭੱਜ ਚਲੇ ਸਨ। ਮਹਾਬੀਰ ਗਜੇ, ਮਹਾਨ ਵੀਰ ਯੋਧੇ ਗੱਜ ਰਹੇ ਸਨ। ਸਿਲਹ ਸੰਜ ਸਜੇ, ਉਹ ਸ਼ਸਤਰਾਂ ਅਤੇ ਕਵਚਾਂ ਨਾਲ ਸਜੇ ਹੋਏ ਸਨ। ਲਏ ਸਖਤ ਪਾਣਨ, ਉਹਨਾਂ ਵੀਰਾਂ ਨੇ ਹੱਥ ਵਿੱਚ ਬਰਛੀਆਂ ਲਈਆਂ ਹੋਈਆਂ ਸਨ। ਚੜੇ ਤੇਜ ਮਾਣਨ, ਤੇਜ ਅਤੇ ਗੌਰਵ ਨਾਲ ਯੁੱਧ ਕਰਨ ਲਈ ਚੜੇ ਸਨ। ਗਰਣ ਗਾੜ ਗਾਜੇ, ਯੁੱਧ ਭੂਮੀ ਵਿੱਚ ਗੜ ਗੜ ਕਰਦੇ ਗੱਜ ਰਹੇ ਸਨ। ਰਣ ਰੁਦਰ ਰਾਜੇ, ਰਣ ਰੁਦਰ ਰਾਜੇ ਅਤੇ ਰਣ ਭੂਮੀ ਵਿੱਚ ਰੁਦਰ ਸ਼ੋਭਾ ਪਾ ਰਹੇ ਸੀ। ਪਪੰਕੰਤ ਖਾਇਨ, ਉਹਨਾਂ ਦੇ ਜ਼ਖਮਾਂ ਤੋਂ ਪੱਕ ਪੱਕ ਕਰਦਾ ਲਹੂ ਵਗ ਰਿਹਾ ਸੀ। ਲੜੇ ਚੌਪ ਚਾਇਨ, ਪਰ ਉਹ ਚਾਹ ਨਾਲ ਲੜ ਰਹੇ ਸਨ। ਡਕੀ ਡਾਕਣੀਅਨ, ਡਾਕਣੀਆਂ ਲਹੂ ਪੀ ਕੇ ਡਕਾਰ ਰਹੀਆਂ ਸਨ। ਰੜੇ ਕਾਕਣੀਅਨ, ਅਤੇ ਗਿਰਜਾਂ ਬੋਲ ਰਹੀਆਂ ਸਨ। ਪਯਨ ਰੋਸ ਰੁਦਰਨ, ਰੁਦਰ ਕ੍ਰੋਧਵਾਨ ਹੋਏ ਅਤੇ ਹਣੇ ਦੈਤ ਛੁਦਰਨ, ਉਸ ਨੇ ਕਾਇਰ ਦੈਂਤਾਂ ਨੂੰ ਮਾਰ ਦਿੱਤਾ। ਕਟੇ ਅੱਧ ਅਧਨ, ਉਹਨਾਂ ਨੂੰ ਰੁਦਰ ਨੇ ਅੱਧੋ ਅੱਧ ਕੱਟ ਦਿੱਤਾ। ਪਈ ਸੈਣ ਬੰਧਨ, ਅਤੇ ਇਸ ਤਰ੍ਹਾਂ ਸਾਰੀ ਦੈਂਤ ਸੈਨਾ ਮਾਰੀ ਗਈ। ਰਿਸਿਓ ਸੂਲ ਪਾਣਨ, ਸ਼ਿਵ ਬਹੁਤ ਗੁੱਸੇ ਵਿੱਚ ਆਏ। ਹਣੇ ਦੈਂਤ ਪਾਣਨ, ਅਤੇ ਮਹਾਨ ਤੇਜਸਵੀ ਪਾਣਨ ਦੈਂਤਾਂ ਨੂੰ ਮਾਰ ਦਿੱਤਾ। ਸਰਨ ਉਗ ਛੂਟੇ, ਤੀਰ ਇਸ ਤਰ੍ਹਾਂ ਛੱਡੇ ਗਏ। ਕਰਨ ਜੇਮ ਟੁੱਟੇ, ਜਿਵੇਂ ਬੱਦਲ ਫਟ ਜਾਂਦਾ ਹੈ। ਰਣ ਰੁਦਰ ਗਜੇ, ਜਦੋਂ ਰਣਭੂਮੀ ਵਿੱਚ ਰੁਦ ਗਜੇ। ਤਬੇ ਦੈਤ ਭਜੇ, ਤਦੋਂ ਸਾਰੇ ਦੈਂਤ ਭੱਜ ਗਏ। ਤਜੇ ਸ਼ਸਤਰ ਸਰਬਨ, ਸਾਰਿਆਂ ਦੈਂਤਾਂ ਨੇ ਸ਼ਸਤਰ ਤਿਆਗ ਦਿੱਤੇ। ਮਿਟਿਓ ਦੇਹ ਗਰਬਨ, ਅਤੇ ਸਰੀਰ ਦਾ ਮਾਣ ਮਿਟਾ ਦਿੱਤਾ। ਚੌਪਈ। ਤਾਇਓ ਤਬੇ ਅੰਧਕ ਬਲਵਾਨਾ, ਤਦੋਂ ਆਪਣੇ ਨਾਲ ਕਈ ਪ੍ਰਕਾਰ ਦੀ ਦੈਂਤ ਸੈਨਾ ਲੈ ਕੇ ਸੰਗ ਲੈ ਸੈਨ ਦਾਨਵੀ ਨਾਨਾ, ਬਲਵਾਨ ਅੰਧਕ ਨੇ ਧਾਵਾ ਬੋਲਿਆ। ਅਮਿਤ ਬਾਣ ਨੰਦੀ ਕਹੁ ਮਾਰੇ, ਉਸਨੇ ਸ਼ਿਵਜੀ ਦੀ ਸਵਾਰੀ ਨੰਦੀ ਬਲਦ ਨੂੰ ਅਣਗਿਣਤ ਤੀਰ ਮਾਰੇ। ਬੇਦ ਅੰਗ ਕਹਿ ਪਾਰ ਪਤਾਰੇ, ਜੋ ਉਸ ਦੇ ਸਰੀਰ ਵਿੱਚੋਂ ਪਾਰ ਹੋ ਗਏ। ਜਬ ਹੀ ਬਾਣ ਲਗੇ ਬਾਹਣ ਤਨ, ਜਦੋਂ
ਨੰਦੀ ਬਲਦ ਦੇ ਸਰੀਰ ਵਿੱਚ ਤੀਰ ਲੱਗੇ, ਰੋਸ ਜਗਿਓ ਤਬ ਹੀ ਸ਼ਿਵ ਕੇ ਮਨ। ਤਦੋਂ ਸ਼ਿਵ ਜੀ ਦੇ ਮਨ ਵਿੱਚ ਕ੍ਰੋਧ ਭੜਕ ਉੱਠਿਆ। ਅਧਿਕ ਰੋਸ ਕਰ ਬਿਸਖ ਚਲਾਏ। ਉਹਨਾਂ ਨੇ ਬਹੁਤ ਕ੍ਰੋਧ ਕਰਕੇ ਬਾਣ ਚਲਾਏ। ਪੂਮ ਆਕਾਸ਼ ਛਿਨਕ ਮਹਿ ਛਾਏ, ਜੋ ਛਿਣ ਭਰ ਵਿੱਚ ਆਕਾਸ਼ ਅਤੇ ਧਰਤੀ ਵਿੱਚ ਛਾ ਗਏ। ਬਾਣਾ ਵਲੀ ਰੁਦਰ ਜਬ ਸਾਜੀ, ਜਦੋਂ ਸ਼ਿਵ ਜੀ ਨੇ ਬਾਣਾ ਦੀ ਝੜੀ ਲਗਾ ਦਿੱਤੀ, ਤਬ ਹੀ ਸੈਨ ਦਾਨ ਵੀ ਪਾਜੀ, ਤਦੋਂ ਦੈਂਤਾਂ ਦੀ ਸੈਨਾ ਭੱਜ ਗਈ। ਤਬ ਅੰਧਕ ਸ਼ਿਵ ਸਾਮੋਹ ਤਾਇਓ, ਤਦੋਂ ਅੰਧਕ ਦੈਂਤ ਸ਼ਿਵ ਜੀ ਦੇ ਸਾਹਮਣੇ ਆ ਕੇ ਡਟਿਆ। ਦੁੰਦ ਜੁਦ ਰਣ ਮਧ ਮਚਾਇਓ, ਅਤੇ ਦੋਹਾਂ ਨੇ ਰਣਭੂਮੀ ਵਿੱਚ ਦੁਵੰਦ ਯੁੱਧ ਮਚਾਇਆ। ਅੜਿਲ। 20 ਬਾਣ ਤਿਨ ਸਿਵਹੇ ਪ੍ਰਹਾਰੇ ਕੋਪ ਕਰ। ਉਸ ਨੇ ਕ੍ਰੋਧ ਕਰਕੇ 20 ਬਾਣ ਸ਼ਿਵ ਜੀ ਦੇ ਉੱਤੇ ਚਲਾਏ। ਲਗੇ ਰੁਦਰ ਕੇ ਗਾਤ ਗਏ ਉਹ ਕਾਨ ਕਰ। ਉਹ ਰੁਦਰ ਦੇ ਸਰੀਰ ਵਿੱਚ ਲੱਗੇ ਅਤੇ ਜ਼ਖਮ ਕਰਕੇ ਗਹਿ ਪਿਨਾਕ ਕਹਿ ਪਾਣ ਪਿਨਾਕ ਤਾਇਓ, ਦੂਜੇ ਪਾਸੇ ਨਿਕਲ ਗਏ। ਸ਼ਿਵ ਜੀ ਨੇ ਤੁਰੰਤ ਹੱਥ ਵਿੱਚ ਪਿਨਾਕ ਧਨੁਸ਼ ਲੈ ਕੇ ਧਾਵਾ ਕੀਤਾ। ਹੋ ਤੁਮੁਲ ਜੁਦ ਦੁਹਨ ਰਣ ਮਧ ਮਚਾਇਓ, ਅਤੇ ਦੋਹਾਂ ਨੇ ਰਣਭੂਮੀ ਵਿੱਚ ਖੂਬ ਘੋਰ ਯੁੱਧ ਮਚਾਇਆ। ਤਾੜ ਸ਼ਤਰੂ ਕਹਿ ਬਹੁਰ ਪਿਨਾਕ ਪਿਨਾਕੀ ਕੋਪ ਹੁਏ। ਤਾੜ ਸ਼ਤਰੂ ਕਹਿ ਬਹੁਰ ਪਿਨਾਕੀ ਕੋਪ ਹੁਏ। ਸ਼ਿਵ ਜੀ ਨੇ ਕ੍ਰੋਧਵਾਨ ਹੋ ਕੇ ਵੈਰੀ ਨੂੰ ਤਾੜਨਾ ਕੀਤੀ। ਹਣੇ ਦੁਸ਼ਟ ਕਹੋ ਬਾਣ ਨਿਖੰਗ ਤੇ ਕਾਢ ਦੁਏ, ਅਤੇ ਬਤੇ ਵਿੱਚੋਂ 2 ਤੀਰ ਕੱਢ ਕੇ ਦੁਸ਼ਟ ਨੂੰ ਮਾਰੇ। ਗਿਰਿਓ ਭੂਮ ਪੀਤਰ ਸਿਰ ਸ਼ਤਰੂ ਪ੍ਰਹਾਰਿਓ, ਜੋ ਉਸਦੇ ਸਿਰ ਵਿੱਚ ਲੱਗੇ ਅਤੇ ਉਹ ਧਰਤੀ ਉੱਤੇ ਡਿੱਗ ਪਿਆ। ਹੋ ਜਨਕ ਗਾਜ ਕਰ ਕੋਪ ਬੁਰਜ ਕਹੋ ਮਾਰਿਓ। ਇੰਜ ਪ੍ਰਤੀਤ ਹੁੰਦਾ ਸੀ ਮਾਨੋ ਬਿਜਲੀ ਨੇ ਕ੍ਰੋਧ ਕਰਕੇ ਬੁਰਜ ਨੂੰ ਡਿਗਾ ਦਿੱਤਾ ਹੋਵੇ। ਤੋਟਕ ਛੰਦ। ਕਟ ਏਕ ਬਿਖੇ ਰਿਪ ਚੇਤ ਪਇਓ। ਅੰਧਕ ਦੈਂਤ ਇੱਕ ਘੜੀ ਵਿੱਚ ਸੁਚੇਤ ਹੋ ਗਿਆ। ਤਨ ਬਾਣ ਬਲੀ ਪੁਨ ਪਾਣ ਲਇਓ, ਅਤੇ ਉਸ ਬਲਵਾਨ ਨੇ ਫਿਰ ਹੱਥ ਵਿੱਚ ਧਨੁਸ਼ ਬਾਣ ਲੈ ਲਿਆ। ਕਰ ਕੋਪ ਕਵੰਡ ਕਰੇ ਕਰ ਖਰਯਨ। ਕ੍ਰੋਧ ਕਰਕੇ ਉਸ ਨੇ ਧਨੁਸ਼ ਨੂੰ ਹੱਥ ਨਾਲ ਖਿੱਚਿਆ। ਸਰਤਾਰ ਬਲੀ ਕਨ ਜਿਉ ਬਰਖਰਿਓ, ਅਤੇ ਬੱਦਲ ਵਾਂਗ ਉਸ ਬਲਵਾਨ ਨੇ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ। ਕਰ ਕੋਪ ਬਲੀ ਬਰਖਰਿਓ ਬਿਸੰਖਨ। ਕ੍ਰੋਧਵਾਨ ਹੋ ਕੇ ਬਲਵਾਨ ਦੈਂਤ ਬਾਣਾ ਦੀ ਵਰਖਾ ਕਰਨ ਲੱਗਿਆ। ਇਹ ਔਰ ਲਗੇ ਨਿਸਰੇ ਦੁਸਰਨ। ਉਹ ਤੀਰ ਇੱਕ ਪਾਸਿਓਂ ਲੱਗ ਕੇ ਦੂਜੇ ਪਾਸੇ ਨਿਕਲਦੇ ਸਨ। ਤਬ ਕੋਪ ਕਰਨ ਸ਼ਿਵ ਸੂਲ ਲਿਓ, ਤਦੋਂ ਸ਼ਿਵ ਜੀ ਨੇ ਕ੍ਰੋਧ ਕਰਕੇ ਹੱਥ ਵਿੱਚ ਤ੍ਰਿਸ਼ੂਲ ਫੜ ਲਿਆ। ਅਰ ਕੋ ਸਿਰ ਕਾਟ ਦੁਖੰਡ ਕੀਓ, ਅਤੇ ਵੈਰੀ ਦਾ ਸਿਰ ਕੱਟ ਕੇ 2 ਟੋਟੇ ਕਰ ਦਿੱਤੇ। ਇਤ ਸ਼੍ਰੀ ਬਚਿੱਤਰ ਨਾਟਕੇ ਪਿਨਾਕ ਪ੍ਰਬੰਧः ਅੰਧਕ ਬਧਿ रुद्रोस्तत् तयाय समापतम सत शुभम सत। इत श्री बचित्र नाटके पिनाक प्रबंध ही अंधक बध ही रुद्रोस्तति तयाय समापतम सत शुभम सत। ਇੱਥੇ ਸ਼੍ਰੀ ਬਚਿੱਤਰ ਨਾਟਕ ਦੇ ਪਿਨਾਕ੍ਰਿਪੰਧ ਅੰਧਕ ਬਧ ਅਤੇ ਰੁਦਰ ਉਸਤਤ ਵਾਲੇ ਅਧਿਆਇ ਦੀ ਸਮਾਪਤੀ ਸਭ ਸ਼ੁਭ ਹੈ।
ਅਤ ਗੌਰ ਬਦਹ ਕਥਨਨ। ਹੁਣ ਗੌਰੀ ਪਾਰਬਤੀ ਜੀ ਦੇ ਵਧ ਦਾ ਕਥਨ। ਸ਼੍ਰੀ ਭਗਵਤੀ ਜੀ ਸਹਾਇ। ਤੋਟਕ ਛੰਦ। ਸੁਰਰਾਜ ਪ੍ਰਸੰਨ ਪਏ ਤਬਹੀ। ਇੰਦਰਦੇਵ ਉਦੋਂ ਪ੍ਰਸੰਨ ਹੋਇਆ। ਅਰ ਅੰਧਕ ਨਾ ਸੁਣਿਓ ਜਬਹੀ। ਜਦੋਂ ਉਸਨੇ ਵੈਰੀ ਅੰਧਕ ਦਾ ਨਾਸ ਹੋਣਾ ਸੁਣਿਆ। ਇਮਕੇ ਦਿਨ ਕੇਤਕ ਬੀਤ ਗਏ। ਇਸ ਤਰ੍ਹਾਂ ਕਈ ਦਿਨ ਬੀਤ ਗਏ। ਸਿਵ ਤਾਮ ਸਤਕ੍ਰਿਤ ਜਾਤ ਪਏ। ਤਾਂ ਇੱਕ ਦਿਨ ਸ਼ਿਵ ਇੰਦਰ ਦੇ ਘਰ ਗਏ। ਤਬ ਰੁਦਰ ਭਿਆਨਕ ਰੂਪ ਧਰਿਓ। ਤਦੋਂ ਸ਼ਿਵ ਜੀ ਨੇ ਭਿਆਨਕ ਰੂਪ ਧਾਰਨ ਕੀਤਾ ਹੋਇਆ ਸੀ। ਹਰ ਹੇਰ ਹਰਨ ਹਥਿਆਰ ਹਰਿਓ। ਇੰਦਰ ਨੇ ਸ਼ਿਵ ਨੂੰ ਵੇਖ ਕੇ ਉਸ ਉੱਤੇ ਹਥਿਆਰ ਸੁੱਟਿਆ। ਤਬ ਹੀ ਸਿਵ ਕੋਪ ਅਖੰਡ ਕੀਓ। ਉਦੋਂ ਸ਼ਿਵ ਜੀ ਨੇ ਵੀ ਅਖੰਡ ਕ੍ਰੋਧ ਕੀਤਾ। ਇੱਕ ਜਨਮ ਅੰਗਾਰ ਅਪਾਰ ਲਿਓ। ਜਿਸ ਤੋਂ ਇੱਕ ਅਪਾਰ ਅੰਗਾਰ ਨੇ ਜਨਮ ਲਿਆ। ਤਹਿ ਤੇਜ ਜਰੇ ਜਗ ਜੀਵ ਸਭੇ। ਉਸ ਅੰਗਾਰ ਦੇ ਤੇਜ ਨਾਲ ਜਗਤ ਦੇ ਸਾਰੇ ਜੀਵ ਸੜਨ ਲੱਗੇ। ਤਹਿ ਡਾਰ ਦਇਓ ਮਦ ਸਿੰਧ ਤਬੇ। ਇਸ ਕਰਕੇ ਉਸ ਨੇ ਉਸ ਵੇਲੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ। ਇਸ ਕਰਕੇ ਉਸ ਨੂੰ ਉਸ ਵੇਲੇ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ। ਸੋ ਡਾਰ ਦਇਓ ਸਿੰਧੂ ਮਹਿ ਨਾ ਗਇਓ। ਪਰ ਸੁੱਟੇ ਜਾਣ 'ਤੇ ਸਮੁੰਦਰ ਨੇ ਉਸ ਨੂੰ ਗ੍ਰਹਿਣ ਨਾ ਕੀਤਾ। ਤਹਿ ਆਨ ਜਲੰਧਰ ਰੂਪ ਲਿਓ। ਇਸ ਕਰਕੇ ਉਸਨੇ ਧਰਤੀ ਉੱਤੇ ਆ ਕੇ ਜਲੰਧਰ ਦਾ ਰੂਪ ਧਾਰਨ ਕੀਤਾ। ਚੌਪਈ। ਇਹ ਬਿਧ ਪਇਓ ਅਸੁਰ ਬਲਵਾਨਾ। ਇਸ ਤਰ੍ਹਾਂ ਬਲਵਾਨ ਦੈਂਤ ਪ੍ਰਗਟ ਹੋਇਆ ਅਤੇ ਲਇਓ ਕੁਬੇਰ ਕੋ ਲੂਟ ਖਜ਼ਾਨਾ। ਉਸਨੇ ਕੁਬੇਰ ਦਾ ਖਜ਼ਾਨਾ ਲੁੱਟ ਲਿਆ। ਪਕਰ ਸਮਸ ਤੇ ਬ੍ਰਹਮ ਰੁਵਾਇਓ। ਦਾੜ੍ਹੀ ਤੋਂ ਪਕੜ ਕੇ ਬ੍ਰਹਮਾ ਨੂੰ ਰੁਆਇਆ। ਇੰਦਰਜੀਤ ਸਿਰ ਛਤਰ ਟੁਰਾਇਓ। ਅਤੇ ਇੰਦਰ ਨੂੰ ਜਿੱਤ ਕੇ ਆਪਣੇ ਸਿਰ ਉੱਤੇ ਛਤਰ ਚੁਲਵਾਇਆ। ਜੀਤ ਦੇਵਤਾ ਪਾਏ ਲਗਾਏ। ਦੇਵਤਿਆਂ ਨੂੰ ਜਿੱਤ ਕੇ ਆਪਣੀ ਚਰਨੀ ਲਾਇਆ। ਰੁਦਰ ਬਿਸਨ ਨਿਜ ਪੂਰੀ ਬਸਾਏ। ਅਤੇ ਸ਼ਿਵ ਜੀ ਤੇ ਵਿਸ਼ਨੂੰ ਨੂੰ ਲਿਆ ਕੇ ਆਪਣੇ ਸ਼ਹਿਰ ਵਿੱਚ ਵਸਾਇਆ। 14 ਰਤਨ ਆਨ ਰਾਖੇ ਗ੍ਰਹਿ। ਉਸਨੇ 14 ਰਤਨ ਲਿਆ ਕੇ ਆਪਣੇ ਘਰ ਵਿੱਚ ਪਾ ਲਏ। ਜਹਾਂ ਤਹਾਂ ਬੈਠਾਏ ਨਵ ਗ੍ਰਹਿ। ਜਿੱਥੇ ਕਿੱਥੇ ਲੋਕਾਂ ਨੂੰ ਦੁੱਖ ਦੇਣ ਲਈ 9 ਗ੍ਰਹਿ ਬਿਠਾ ਦਿੱਤੇ। ਦੋਹਰਾ। ਜੀਤ ਬਸਾਏ ਨਿਜ ਪੁਰੀ ਅਸੁਰ ਸਕਲ ਅਸੁਰਾਰ। ਜਲੰਧਰ ਨੇ ਸਾਰਿਆਂ ਦੇਵਤਿਆਂ ਅਤੇ ਦੈਂਤਾਂ ਨੂੰ ਜਿੱਤ ਕੇ ਆਪਣੀ ਪੁਰੀ ਵਿੱਚ ਲਿਆ ਵਸਾਇਆ। ਪੂਜਾ ਕਰੀ ਮਹੇਸ਼ ਕੀ ਗਿਰ ਕੈਲਾਸ ਮਧਾਰ। ਕੈਲਾਸ਼ ਪਰਬਤ ਉੱਤੇ ਜਾ ਕੇ ਮਹੇਸ਼ ਦੀ ਪੂਜਾ ਕੀਤੀ। ਚੌਪਈ। ਪ੍ਰਯਾਨ ਵਿਧਾਨ ਕਰੇ ਬਹੁ ਪਾਤਾ। ਜਲੰਧਰ ਨੇ ਬਹੁਤ ਵਿਧੀਆਂ ਨਾਲ ਸ਼ਿਵ ਦਾ ਧਿਆਨ ਧਰਿਆ। ਸੇਵਾ ਕਰੀ ਅਧਿਕ ਦਿਨ ਰਾਤਾ। ਅਤੇ ਦਿਨ ਰਾਤ ਬਹੁਤ ਸੇਵਾ ਕੀਤੀ। ਐਸ ਪਾਤ ਤਹਿ ਕਾਲ ਬਿਤਾਇਓ। ਇਸ ਤਰ੍ਹਾਂ ਨਾਲ ਉਸਨੇ ਕੁਝ ਸਮਾਂ ਬਿਤਾ ਲਿਆ। ਅਬ ਪ੍ਰਸੰਗ ਸਿਵ ਉੱਪਰ ਆਇਓ। ਹੁਣ ਪ੍ਰਸੰਗ ਸ਼ਿਵ ਜੀ ਵੱਲ ਆਉਂਦਾ ਹੈ। ਭੂਤਰਾਟ ਕੋ ਨਿਰਖ ਅਤੁਲ ਬਲ। ਸ਼ਿਵ ਜੀ ਦਾ ਅਤੁਲ ਬਲ ਵੇਖ ਕੇ ਕਾਪਤ ਪਏ ਅਨੇਕ ਅਰ ਜਲਥਲ। ਜਲਥਲ ਵਿੱਚ ਰਹਿਣ ਵਾਲੇ ਅਨੇਕ ਵੈਰੀ ਕੰਬਣ ਲੱਗੇ। ਦਕਸ਼ ਪ੍ਰਜਾਪਤ ਹੋਤ ਨਿਰਪਤ ਬਰ। ਉਸ ਸਮੇਂ ਦਕਸ਼ ਪ੍ਰਜਾਪਤੀ ਦਾ ਨਾਂ ਦਾ ਇੱਕ ਉੱਤਮ ਰਾਜਾ ਹੋਇਆ। 10 ਸਹਸਰ ਦੁਹਿਤਾ ਤਾਕੇ ਕਰ। ਜਿਸ ਦੇ ਘਰ 10,000 ਪੁੱਤਰੀਆਂ ਪੈਦਾ ਹੋਈਆਂ ਸਨ। ਤਿੰਨ ਇੱਕ ਬਾਰ ਸੁਯੰਭਰ ਕੀਆ। ਉਸਨੇ ਇੱਕ ਵਾਰ ਸੁਯੰਭਰ ਕੀਤਾ। 10 ਸਹਸਰ ਦੁਹਿਤਾਏ ਦੀਆ। ਅਤੇ 10,000 ਰਾਜ ਕੰਨਿਆਵਾਂ ਨੂੰ ਆਗਿਆ ਦਿੱਤੀ ਕਿ ਜੋ ਬਰ ਰੁਚੋ ਬਰਹੂੰ ਅਬ ਸੋਈ। ਜਿਸ ਨੂੰ ਜੋ ਵਰ ਚੰਗਾ ਲੱਗਦਾ ਹੈ ਹੁਣੇ ਉਹੀ ਵਰ ਲਵੇ। ਜਿਸ ਨੂੰ ਜੋ ਵਰ ਚੰਗਾ ਲੱਗਦਾ ਹੈ ਹੁਣੇ ਉਹੀ ਵਰ ਲਵੇ।
ਊਚ ਨੀਚ ਰਾਜਾ ਹੋਏ ਕੋਈ, ਭਾਵੇਂ ਕੋਈ ਰਾਜਾ ਜਾਂ ਊਚ ਨੀਚ ਕੋਈ ਕਿਉਂ ਨਾ ਹੋਵੇ। ਜੋ ਜੋ ਜਿਸੇ ਰੂਚਾ ਤਿਨ ਬਰਾ, ਜਿਸਨੂੰ ਜੋ ਜੋ ਵਰ ਚੰਗਾ ਲੱਗਿਆ ਉਸਨੇ ਉਸਨੂੰ ਵਰ ਲਿਆ। ਸਭ ਪ੍ਰਸੰਗ ਨਹੀਂ ਜਾਤ ਉਚਰਾ, ਸਾਰਾ ਪ੍ਰਸੰਗ ਉਚਾਰਿਆ ਨਹੀਂ ਜਾ ਸਕਦਾ। ਜੋ ਬਿਰਤਾਤ ਕਹਿ ਛੋਰ ਸੁਣਾਓ, ਜੋ ਮੁੱਢ ਤੋਂ ਸਾਰਾ ਬ੍ਰਿਤਾਂਤ ਕਹਿ ਕੇ ਸੁਣਾਵਾਂ। ਕਥਾ ਬ੍ਰਿਧ ਤੇ ਅਧਿਕ ਡਰਾਉ, ਤਾਂ ਕਥਾ ਦੇ ਵੱਧ ਜਾਣ ਤੋਂ ਡਰਦਾ ਹਾਂ। ਦਾਰ ਸੁਤਾ ਕਸਪ ਕਹਿ ਦੀਨੀ, ਪ੍ਰਜਾਪਤੀ ਨੇ 4 ਧੀਆਂ ਕਸ਼ਪ ਰਿਸ਼ੀ ਨੂੰ ਦਿੱਤੀਆਂ। ਕੇਤਕ ਵਿਆਹ ਚੰਦਰਮਾ ਲੀਨੀ, ਅਤੇ ਕਈ ਚੰਦਰਮਾ ਨੇ ਵਿਆਹ ਲਈਆਂ। ਕੇਤਕ ਗਈ ਔਰ ਦੇਸਨ ਮਹੀ, ਕਈ ਪੁੱਤਰੀਆਂ ਦੂਜੇ ਦੇਸ਼ਾਂ ਵਿੱਚ ਗਈਆਂ। ਬਰਿਓ ਗੌਰਜਾ ਏਕ ਰੁਦਰ ਕਹੇ, ਗੌਰਜਾ ਨਾਂ ਦੀ ਇੱਕ ਪੁੱਤਰੀ ਨੇ ਰੁਦਰ ਨਾਲ ਵਿਆਹ ਕੀਤਾ। ਜਬ ਹੀ ਵਿਆਹ ਰੁਦਰ ਗ੍ਰਹਿ ਆਣੀ, ਜਦੋਂ ਸ਼ਿਵਜੀ ਨੇ ਗੌਰੀ ਨੂੰ ਵਿਆਹ ਕੇ ਘਰ ਲਿਆਉਂਦਾ। ਚਲੀ ਜਗ ਕੀ ਬਹੁਰ ਕਹਾਣੀ, ਤਾਂ ਫਿਰ ਉਸ ਤੋਂ ਕਾਫੀ ਦੇਰ ਬਾਅਦ ਪ੍ਰਜਾਪਤੀ ਦੇ ਘਰ ਯੱਗ ਦੀ ਗੱਲ ਚੱਲ ਪਈ। ਸਭ ਦੁਹਿਤਾ ਤਹਿ ਬੋਲ ਪਠਾਈ, ਉਸਨੇ ਸਾਰੀਆਂ ਧੀਆਂ ਨੂੰ ਬੁਲਾ ਭੇਜਿਆ। ਲੀਨੋ ਸੰਗ ਪਤਾਰਨ ਆਈ, ਸਾਰੀਆਂ ਆਪਣੀਆਂ ਪਤੀਆਂ ਸਹਿਤ ਪਿਤਾ ਦੇ ਘਰ ਆਈਆਂ। ਜੇ ਜੇ ਹੁਤੇ ਦੇਸ ਪਰਦੇਸਾ, ਜਿਹੜੇ ਜਿਹੜੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਰਾਜੇ ਦੇ ਜਵਾਈ ਸਨ। ਜਾਤ ਪਏ ਸਸੁਰਾਰ ਨਰੇਸਾ, ਉਹ ਸਾਰੇ ਸਹੁਰੇ ਘਰ ਨੂੰ ਚਲੇ ਗਏ। ਨਿਰਖ ਰੁਦਰ ਕੋ ਔਰ ਪ੍ਰਕਾਰਾ, ਸ਼ਿਵ ਨੂੰ ਹੋਰ ਜਿਹੇ ਰੂਪ ਵਾਲਾ ਵੇਖ ਕੇ ਕਿਨਹੂ ਨ ਭੂਪਤ ਤਾਹ ਚਿਤਾਰਾ, ਪ੍ਰਜਾਪਤੀ ਅਤੇ ਹੋਰ ਕਿਸੇ ਨੇ ਵੀ ਉਸਨੂੰ ਰਾਜਾ ਨਾ ਸਮਝਿਆ। ਨਹਿਨ ਗੌਰਜਾ ਦਕਸ਼ ਬੁਲਾਈ, ਆਪਣੀ ਪੁੱਤਰੀ ਗੌਰਜਾ ਨੂੰ ਵੀ ਦਕਸ਼ ਨੇ ਨਹੀਂ ਬੁਲਾਇਆ। ਸੁਨ ਨਾਰਦ ਤੇ ਹਿਰਦੇ ਰਸਾਈ, ਨਾਰਦ ਪਾਸੋਂ ਪਿਤਾ ਦੇ ਘਰ ਯੱਗ ਦੀ ਗੱਲ ਸੁਣ ਕੇ ਗੌਰਜਾ ਹਿਰਦੇ ਵਿੱਚ ਬਹੁਤ ਕ੍ਰੋਧਵਾਨ ਹੋਈ। ਗੌਰਜਾ ਮੀਨਸ ਗੌਰੀ। ਬਿਨ ਬੋਲੇ ਪਿਤਕੇ ਕਹਿ ਗਈ, ਅਤੇ ਬਿਨਾਂ ਬੁਲਾਏ ਪਿਤਾ ਦੇ ਘਰ ਚਲੀ ਗਈ। ਅਨੇਕ ਪ੍ਰਕਾਰ ਤੇਜ ਤਨ ਤਈ, ਪਰ ਉੱਥੇ ਸਾਰਿਆਂ ਦਾ ਰੁੱਖਾ ਵਿਵਹਾਰ ਦੇਖ ਕੇ ਅਨੇਕ ਤਰ੍ਹਾਂ ਨਾਲ ਤਨੋ ਮਨੋ ਸੜ ਗਈ। ਜੰਗ ਕੁੰਡ ਮਹਿ ਪਰੀ ਉਛਰ ਕਰ, ਜਗ ਕੁੰਡ ਮਹਿ ਪਰੀ ਉਛਰ ਕਰ। ਆਪਣਾ ਅਤੇ ਪਤੀ ਦਾ ਨਿਰਾਦਰ ਵੇਖ ਕੇ ਗੌਰੀ ਉਛਲ ਕੇ ਯੱਗ ਕੁੰਡ ਵਿੱਚ ਜਾ ਪਈ। ਸਤ ਪ੍ਰਤਾਪ ਪਾਵਕ ਪਈ ਸੀਤਰ, ਗੌਰੀ ਜੀ ਦੇ ਸਤ ਅਤੇ ਪ੍ਰਤਾਪ ਨਾਲ ਯੱਗ ਅਗਨੀ ਸੀਤਲ ਹੋ ਗਈ। ਜੋਗ ਅਗਨ ਕਹੂੰ ਬਹੁਰ ਪ੍ਰਕਾਸ਼ਾ, ਫਿਰ ਗੌਰੀ ਜੀ ਨੇ ਯੋਗ ਅਗਨੀ ਨੂੰ ਪ੍ਰਗਟ ਕੀਤਾ। ਤਾਤਨ ਕੀਓ ਪ੍ਰਾਨ ਕੋ ਨਾਸਾ, ਅਤੇ ਉਸ ਵਿੱਚ ਕੁੱਦ ਕੇ ਆਪਣੇ ਸਰੀਰ ਅਤੇ ਪ੍ਰਾਣਾਂ ਦਾ ਨਾਸ਼ ਕਰ ਦਿੱਤਾ। ਆਏ ਨਾਰਦ ਇਮ ਸਿਵ ਹੀ ਜਤਾਏ, ਨਾਰਦ ਜੀ ਨੇ ਆ ਕੇ ਸ਼ਿਵ ਜੀ ਨੂੰ ਸਾਰੀ ਗੱਲ ਇਸ ਤਰ੍ਹਾਂ ਸੁਣਾਈ। ਕਹਾਂ ਬੈਠ ਹੋ ਪਾਗ ਚੜਾਈ, ਤੁਸੀਂ ਭੰਗ ਪੀ ਕੇ ਇੱਥੇ ਬੈਠੇ ਹੋ, ਉੱਧਰ ਗੌਰੀ ਯੱਗ ਦੇ ਕੁੰਡ ਵਿੱਚ ਸੜ ਗਈ ਹੈ। ਛੂਟਿਓ ਧਿਆਨ ਕੋਪ ਜੀਅ ਜਾਗਾ, ਇਹ ਸੁਣਦਿਆਂ ਹੀ ਸ਼ਿਵ ਜੀ ਦਾ ਧਿਆਨ ਛੁੱਟ ਗਿਆ ਅਤੇ ਮਨ ਵਿੱਚ ਕ੍ਰੋਧ ਪੈਦਾ ਹੋ ਗਿਆ। ਗਹਿ ਤ੍ਰਿਸ਼ੂਲ ਤਹਿ ਕੋ ਉੱਠ ਭਾਗਾ, ਉਸ ਵੇਲੇ ਤ੍ਰਿਸ਼ੂਲ ਫੜ ਕੇ ਉੱਧਰ ਵੱਲ ਦੌੜ ਪਏ। ਜਬ ਹੀ ਜਾਤ ਪਇਓ ਤਹਿ ਥਲੇ, ਜਦੋਂ ਹੀ ਸ਼ਿਵ ਜੀ ਉਸ ਥਾਂ ਤੇ ਗਏ। ਲਇਓ ਉਠਾਏ ਸੂਲ ਕਰ ਬਲੇ, ਤਦੋਂ ਜ਼ੋਰ ਨਾਲ ਤ੍ਰਿਸ਼ੂਲ ਨੂੰ ਹੱਥ ਵਿੱਚ ਉਠਾ ਲਿਆ। ਪਾਤ ਪਾਤ ਤਿਨ ਕਰੇ ਪ੍ਰਹਾਰਾ, ਉਹਨਾਂ ਨੇ ਕਈ ਤਰ੍ਹਾਂ ਨਾਲ ਵਾਰ ਕੀਤੇ। ਸਕਲ ਬਿੰਦੁਸ ਜਗ ਕਰ ਡਾਰਾ,
ਸਾਰੇ ਯੱਗ ਨੂੰ ਨਸ਼ਟ ਕਰ ਦਿੱਤਾ। ਪਾਤ ਪਾਤ ਤਨ ਪੂਪ ਸੰਘਾਰੇ, ਸ਼ਿਵ ਜੀ ਨੇ ਤਰ੍ਹਾਂ ਤਰ੍ਹਾਂ ਨਾਲ ਰਾਜਿਆਂ ਨੂੰ ਮਾਰ ਦਿੱਤਾ। ਇੱਕ ਇੱਕ ਤੇ ਕਰ ਦੋਏ ਦੋਏ ਡਾਰੇ, ਇੱਕ ਇੱਕ ਦੇ ਦੋ ਦੋ ਟੋਟੇ ਕਰ ਸੁੱਟੇ। ਜਹਾਂ ਕਹੋਂ ਪਹੁੰਚ ਤ੍ਰਿਸ਼ੂਲ ਪ੍ਰਹਾਰਾ, ਜਿਸ ਤੱਕ ਪਹੁੰਚ ਕੇ ਤ੍ਰਿਸ਼ੂਲ ਦਾ ਵਾਰ ਕੀਤਾ। ਤਾਂ ਕਹੋਂ ਮਾਰ ਠੌਰ ਹੀ ਡਾਰਾ, ਉਸਨੂੰ ਥਾਂ ਤੇ ਹੀ ਮਾਰ ਦਿੱਤਾ। ਜਗ ਕੁੰਡ ਨਿਰਖਤ ਪਇਓ ਜਬ ਹੀ, ਸ਼ਿਵ ਜੀ ਨੇ ਜਦੋਂ ਯੱਗ ਕੁੰਡ ਵੱਲ ਵੇਖਿਆ। ਜੂਟ ਜਟਾਨ ਉਖਾਰਸ ਤਬ ਹੀ, ਤਦੋਂ ਹੀ ਆਪਣੇ ਜੂੜੇ ਵਿੱਚੋਂ ਇੱਕ ਜਟਾ ਉਖਾੜ ਲਈ। ਬੀਰ ਭਦਰ ਤਬ ਕੀਆ ਪ੍ਰਕਾਸ਼ਾ, ਉਸੇ ਵੇਲੇ ਉਹਨਾਂ ਵਿੱਚੋਂ ਵੀਰ ਭਦਰ ਪ੍ਰਗਟ ਹੋ ਗਿਆ। ਉਪਜਤ ਕਰੋ ਨਰੇਸਨ ਨਾਸਾ, ਉਸਨੂੰ ਪੈਦਾ ਹੁੰਦੇ ਹੀ ਸ਼ਿਵ ਜੀ ਨੇ ਆਦੇਸ਼ ਦਿੱਤਾ ਕਿ ਤੂੰ ਰਾਜਿਆਂ ਦਾ ਨਾਸ਼ ਕਰ। ਕੇਤਕ ਕਰੇ ਖੰਡ ਨਿਰਪਤ ਬਰ, ਕਈ ਸ਼੍ਰੇਸ਼ਟ ਰਾਜਿਆਂ ਦੇ ਵੀਰ ਭਦਰ ਨੇ ਟੋਟੇ ਟੋਟੇ ਕਰ ਦਿੱਤੇ। ਕੇਤਕ ਪਠੇ ਦਏ ਜਮ ਕੇ ਕਰ, ਅਤੇ ਕਈਆਂ ਨੂੰ ਜਮ ਦੇ ਘਰ ਭੇਜ ਦਿੱਤਾ। ਕੇਤਕ ਗਿਰੇ ਤਰਨ ਬਿਕਰਾਰਾ, ਕਿੰਨੇ ਹੀ ਨਿਤਾਣੇ ਹੋ ਕੇ ਧਰਤੀ ਉੱਤੇ ਜਾ ਡਿੱਗੇ। ਜਨ ਸਰਤਾ ਕੇ ਗਿਰੇ ਕਰਾਰਾ, ਮਾਨੋ ਨਦੀ ਦੇ ਕੰਢੇ ਡਿੱਗੇ ਪਏ ਹੋਣ। ਤਬ ਲਉ ਸਿਵਹ ਚੇਤਨਾ ਆਈ, ਉਦੋਂ ਤੱਕ ਸ਼ਿਵ ਜੀ ਨੂੰ ਗੌਰੀ ਜੀ ਦੇ ਮਰਨ ਦਾ ਚੇਤਾ ਆ ਗਿਆ। ਗਹਿ ਪਿਨਾਕ ਕਹੋ ਪਰੋ ਰਸਾਈ, ਤਾਂ ਪਿਨਾਕ ਧਨੁਸ਼ ਨੂੰ ਫੜ ਕੇ ਗੁੱਸੇ ਨਾਲ ਟੁੱਟ ਕੇ ਪੈ ਗਏ। ਜਾ ਕੇ ਤਾਣ ਬਾਣ ਤਨ ਮਾਰਾ, ਜਿਸ ਦੇ ਸਰੀਰ ਵਿੱਚ ਖਿੱਚ ਕੇ ਤੀਰ ਮਾਰਿਆ। ਪ੍ਰਾਣ ਤਜੇ ਤਿਨ ਪਾਨ ਨੁਚਾਰਾ, ਉਸਨੇ ਪ੍ਰਾਣ ਤਜ ਦਿੱਤੇ ਅਤੇ ਪਾਣੀ ਵੀ ਨਾ ਮੰਗਿਆ। ਡਮਾ ਡਮ ਡੋਰ ਬਹੁ ਬਾਜੇ, ਡਮ ਡਮ ਕਰਕੇ ਬਹੁ ਡੋਰੂ ਵੱਜ ਰਹੇ ਸਨ। ਭੂਤ ਪ੍ਰੇਤ ਦਸਿਓ ਦਿਸਰ ਗਾਜੇ, ਭੂਤ ਪ੍ਰੇਤ ਦਸਾਂ ਦਿਸ਼ਾਵਾਂ ਵਿੱਚ ਗੱਜ ਰਹੇ ਸਨ। ਚਿਮ ਚਿਮ ਕਰਤ ਅਸਨ ਕੀ ਤਾਰਾ, ਤਲਵਾਰਾਂ ਦੀ ਧਾਰ ਚਿਮ ਚਿਮ ਕਰਦੀ ਲਿਸ਼ਕਾਰੇ ਮਾਰ ਰਹੀ ਸੀ। ਨਾਚੇ ਰੁੰਡ ਮੁੰਡ ਬਿਕਰਾਰਾ, ਭਿਆਨਕ ਰੁੰਡ ਅਤੇ ਮੁੰਡ ਨੱਚ ਰਹੇ ਸਨ। ਬਜੇ ਢੋਲ ਸਨਾਏ ਨਗਾਰੇ, ਢੋਲ ਡਫਾ ਅਤੇ ਨਗਾਰੇ ਵੱਜ ਰਹੇ ਸਨ। ਜੁਟੇ ਜੰਗ ਕੋ ਜੋਧ ਜੁਝਾਰੇ, ਲੜਾਕੇ ਜੁਆਨ ਜੰਗ ਵਿੱਚ ਜੁਟ ਰਹੇ ਸਨ। ਖਹਿ ਖਹਿ ਮਰੇ ਅਪਰ ਰਸ ਬੜੇ, ਇੱਕ ਖਹਿ ਖਹਿ ਕੇ ਮਰ ਰਹੇ ਸਨ ਅਤੇ ਹੋਰਨਾਂ ਨੂੰ ਕ੍ਰੋਧ ਚੜ੍ਹ ਰਿਹਾ ਸੀ। ਬਹੁਰ ਨਾ ਦੇਖੀਅਤ ਤਾਜੀਅਨ ਚੜੇ, ਇਸ ਪਿੱਛੋਂ ਘੋੜੇ ਉੱਤੇ ਚੜ੍ਹਿਆ ਹੋਇਆ ਕੋਈ ਵੀ ਨਹੀਂ ਸੀ ਦਿਸ ਰਿਹਾ। ਜਾਪਰ ਮੁਸ਼ਟ ਤ੍ਰਿਸ਼ੂਲ ਪ੍ਰਹਾਰਾ, ਸ਼ਿਵ ਜੀ ਨੇ ਜਿਸ ਨੂੰ ਤ੍ਰਿਸ਼ੂਲ ਦੀ ਮੁੱਠ ਮਾਰ ਦਿੱਤੀ। ਤਾਕੋਂ ਠੌਰ ਮਾਰ ਹੀ ਡਾਰਾ, ਬਸ ਉਸਨੂੰ ਉੱਥੇ ਹੀ ਮਾਰ ਸੁੱਟਿਆ। ਐਸੋ ਭਇਓ ਬੀਰ ਕਮਸਾਨਾ, ਇਸ ਤਰ੍ਹਾਂ ਦਾ ਯੋਧਿਆਂ ਦਾ ਕਮਸਾਨ ਦਾ ਯੁੱਧ ਹੋਇਆ। ਪੱਕ ਪਕਾਏ ਤਹਿ ਜਗੇ ਮਸਾਨਾ, ਕਿ ਉੱਥੇ ਪੱਕ ਪੱਕ ਕਰਕੇ ਮਸਾਨ ਜਾਗ ਪਏ। तीर तबर बरछी बिछू बरसे बिसख अनेक, ਅਨੇਕਾਂ ਤੀਰ ਕੁਹਾੜੇ ਬਰਛੀਆਂ ਬਿਛੂਏ ਅਤੇ ਜ਼ਹਿਰ ਦੀ ਪਾਣ ਵਾਲੇ ਬਾਣ ਚਲੇ ਸਨ। ਸਭ ਸੂਰਾ ਜੂਜਤ ਪਏ ਸਾਬਤ ਬਚਾਨਾ ਏਕ, ਸਾਰੇ ਸੂਰਮੇ ਲੜਦੇ ਹੋਏ ਸ਼ਹੀਦ ਹੋ ਗਏ, ਉਹਨਾਂ ਵਿੱਚੋਂ ਕੋਈ ਵੀ ਜ਼ਿੰਦਾ ਨਹੀਂ ਬਚਿਆ। ਚੌਪਈ। ਕੱਟ ਕੱਟ ਮਰੇ ਨਰੇਸ ਦੁਖੰਡਾ, ਇੱਕ ਦੂਜੇ ਨੂੰ ਕੱਟ ਵੱਢ ਕੇ ਰਾਜੇ ਦੋ ਦੋ ਟੋਟੇ ਹੋ ਕੇ ਮਰ ਗਏ। ਬਾਏ ਹਨੇ ਗਿਰ ਕੇ ਜਨ ਝੰਡਾ,
ਬਾਏ ਹਨੇ ਗਿਰ ਕੇ ਜਨ ਝੰਡਾ। ਉਹ ਇੰਜ ਪ੍ਰਤੀਤ ਹੁੰਦੇ ਹਨ ਮਾਨੋ ਹਵਾ ਦੇ ਮਾਰੇ ਝੰਡੇ ਡਿੱਗੇ ਹੋਣ। ਸੂਲ ਸੰਭਾਰ ਰੁਦਰ ਜਬ ਪਰਿਓ। ਤ੍ਰਿਸ਼ੂਲ ਨੂੰ ਸੰਭਾਲ ਕੇ ਜਦੋਂ ਸ਼ਿਵਜੀ ਵੈਰੀ ਦਲ ਉੱਤੇ ਜਾ ਪਏ, ਚਿੱਤਰ ਬਚਿੱਤਰ ਆਯੋਧਨ ਕਰਿਓ, ਤਾਂ ਉਸ ਨੇ ਅਲੌਕਿਕ ਤਰ੍ਹਾਂ ਦਾ ਯੁੱਧ ਕੀਤਾ। ਪਾਜ ਪਾਜ ਤਬ ਚਲੇ ਨਰੇਸਾ। ਯੱਗ ਵਿੱਚ ਸ਼ਾਮਲ ਹੋਣ ਲਈ ਆਏ ਰਾਜੇ ਭੱਜਦੇ ਹੋਏ ਚਲੇ ਗਏ। ਜਗ ਬਿਸਾਰ ਸੰਭਾਰਿਓ ਦੇਸਾ। ਅਤੇ ਦਕਸ਼ ਦੇ ਯੱਗ ਨੂੰ ਭੁਲਾ ਕੇ ਉਹਨਾਂ ਨੇ ਆਪਣੇ ਦੇਸ਼ਾਂ ਨੂੰ ਯਾਦ ਕੀਤਾ। ਜਬ ਰਣ ਰੁਦਰ ਰੁਦਰ ਹੁਏ ਤਾਏ। ਜਦੋਂ ਸ਼ਿਵਜੀ ਨੇ ਭਿਆਨਕ ਰੂਪ ਹੋ ਕੇ ਧਾਵਾ ਕੀਤਾ, ਪਾਜਤ ਪੂਪ ਨਾ ਬਾਚਨ ਪਾਏ। ਤਦੋਂ ਭੱਜੇ ਜਾਂਦੇ ਰਾਜੇ ਵੀ ਉਸ ਦੀ ਮਾਰ ਤੋਂ ਬਚ ਨਾ ਸਕੇ। ਤਬ ਸਭ ਪਰੇ ਤੇਜ ਤਨ ਰਾਜਾ। ਫਿਰ ਸਾਰੇ ਰਾਜੇ ਕ੍ਰੋਧ ਨਾਲ ਭਰ ਗਏ। ਬਾਜਨ ਲਗੇ ਅਨੰਤਨ ਬਾਜਾ। ਅਤੇ ਅਨੰਤ ਕਿਸਮਾਂ ਦੇ ਮਾਰੋ ਵਾਜੇ ਵੱਜਣ ਲੱਗੇ। ਮਚਿਓ ਬਹੁਰ ਘੋਰ ਸੰਗਰਾਮਾਂ। ਫਿਰ ਘਮਸਾਨ ਦਾ ਯੁੱਧ ਮਚਣ ਲੱਗਿਆ। ਜਮ ਕੋ ਪਰਾ ਛਿਨਕ ਮਹਿ ਤਾਮਾ। ਜਮ ਦਾ ਘਰ ਇੱਕ ਛਿਣ ਵਿੱਚ ਹੀ ਭਰ ਦਿੱਤਾ ਗਿਆ। ਪੂਪਤ ਫਿਰੇ ਯੁੱਧ ਕੇ ਕਾਰਨ। ਘਰਾਂ ਨੂੰ ਭੱਜ ਜਾਂਦੇ ਰਾਜੇ ਜੰਗ ਕਰਨ ਲਈ ਫਿਰ ਮੁੜ ਪਏ। ਲੈ ਲੈ ਬਾਣ ਪਾਣ ਹਥਿਆਰਨ। ਹੱਥਾਂ ਵਿੱਚ ਧਨੁਸ਼ ਬਾਣ ਅਤੇ ਸ਼ਸਤਰ ਲੈ ਕੇ ਤਾਏ ਤਾਏ ਅਰ ਕਰਤ ਪ੍ਰਹਾਰਾ। ਭੱਜ ਭੱਜ ਕੇ ਵੈਰੀ ਉੱਪਰ ਇਸ ਤਰ੍ਹਾਂ ਵਾਰ ਕਰਦੇ ਸਨ। ਜਨ ਕਰ ਚੋਟ ਪਰਤ ਕਰਿਆਰਾ। ਮਾਨੋ ਘੜਿਆਲ ਉੱਤੇ ਚੋਟਾਂ ਪੈਂਦੀਆਂ ਹੋਣ। ਮਾਨੋ ਘੜਿਆਲ ਉੱਤੇ ਚੋਟਾਂ ਪੈਂਦੀਆਂ ਹੋਣ। ਖੰਡ ਖੰਡ ਰਣ ਗਿਰੇ ਅਖੰਡਾ। ਨਾ ਖੰਡਿਤ ਹੋਣ ਵਾਲੇ ਸੂਰਮੇ ਟੋਟੇ ਟੋਟੇ ਹੋ ਕੇ ਰਣਭੂਮੀ ਵਿੱਚ ਡਿੱਗ ਪਏ। ਕਾਪਿਓ ਖੰਡ ਨਵੇਂ ਬ੍ਰਹਮੰਡਾ। 9 ਖੰਡਾਂ ਵਾਲਾ ਬ੍ਰਹਮੰਡ ਕੰਬਣ ਲੱਗਿਆ। ਛਾੜ ਛਾੜ ਅਸ ਗਿਰੇ ਨਰੇਸਾ। ਅਤੇ ਤਲਵਾਰਾਂ ਛੱਡ ਛੱਡ ਕੇ ਰਾਜੇ ਡਿੱਗ ਪਏ। ਮਚਿਓ ਯੁੱਧ ਸੁਯੰਭਰ ਜੈਸਾ। ਸੁਯੰਭਰ ਵਰਗਾ ਜੰਗ ਦਾ ਦ੍ਰਿਸ਼ ਪੇਸ਼ ਹੋ ਗਿਆ। ਨਰਾਜ ਛੰਦ। ਅਰੁਝੇ ਕਿਕਾਣੀ। ਕੋੜ ਚੜੇ ਸੂਰਮੇ ਆਪਸ ਵਿੱਚ ਉਲਝੇ ਹੋਏ ਸਨ। ਤਰੇ ਸ਼ਸਤਰ ਪਾਣੀ। ਉਹਨਾਂ ਦੇ ਹੱਥਾਂ ਵਿੱਚ ਸ਼ਸਤਰ ਫੜੇ ਹੋਏ ਸਨ। ਪਰੀ ਮਾਰ ਬਾਣੀ। ਇੱਕ ਦੂਜੇ ਨੂੰ ਤੀਰਾਂ ਦੀ ਮਾਰ ਪੈ ਰਹੀ ਸੀ। ਕੜਕੇ ਕਮਾਣੀ। ਅਤੇ ਕਮਾਨਾਂ ਕੜਕ ਰਹੀਆਂ ਸਨ। ਚੜਕੇ ਕਿਰਪਾਣੀ। ਯੋਧੇ ਇੱਕ ਦੂਜੇ ਉੱਤੇ ਕਿਰਪਾਨਾਂ ਝਾੜਦੇ ਸਨ। ਤਰੇ ਤੂਲ ਤਾਣੀ। ਧਰਤੀ ਉੱਤੇ ਧੂੜ ਛਾ ਗਈ। ਚੜੇ ਬਾਣ ਸਾਣੀ। ਸਾਣਾ ਉੱਤੇ ਚੜਾ ਕੇ ਤੇਜ਼ ਕੀਤੇ ਬਾਣ ਚੱਲਦੇ ਸਨ। ਰਟੇ ਏਕ ਪਾਣੀ। ਕਈ ਇੱਕ ਘਾਇਲ ਪਾਣੀ ਮੰਗ ਰਹੇ ਸਨ। ਚਵੀ ਚਾਵਡਾਣੀ। ਚੁੜੇਲਾਂ ਬੋਲਦੀਆਂ ਸਨ। ਜੁਟੇ ਹਾਣ ਹਾਣੀ। ਹਾਣੀ ਨਾਲ ਹਾਣ ਜੁਟਿਆ ਹੋਇਆ ਸੀ। ਹਸੀ ਦੇਵ ਰਾਣੀ। ਦੇਵ ਰਾਣੀਆਂ ਅਪਸਰਾਵਾਂ ਹੱਸਦੀਆਂ ਸਨ। ਚਮਕੇ ਕਿਰਪਾਣੀ। ਅਤੇ ਕਿਰਪਾਨਾਂ ਚਮਕਦੀਆਂ ਸਨ। ਬ੍ਰਿਧ ਨਰਾਜ ਛੰਦ। ਸੋ ਮਾਰ ਮਾਰ ਸੂਰਮਾ ਪੁਕਾਰ ਮਾਰ ਕੇ ਚਲੇ। ਮਾਰੋ ਮਾਰੋ ਕਹਿੰਦੇ ਹੋਏ ਸੂਰਮੇ ਵੈਰੀ ਨੂੰ ਮਾਰਨ ਲਈ ਚਲਦੇ ਸਨ। ਅਨੰਤ ਰੁਦਰ ਕੇ ਗਣੋ ਬੇਅੰਤ ਬੀਰਹਾ ਦਲੇ। ਰੁਦਰ ਦੇ ਅਨੰਤ ਗਣਾਂ ਨੇ ਬੇਅੰਤ ਸੂਰਮਿਆਂ ਨੂੰ ਦਲ ਦਿੱਤਾ ਸੀ। ਘਮੰਡ ਕੋਰ ਸਾਵਣੀ ਅਕੋਰ ਜਿਉਂ ਕਟਾ ਉੱਠੀ। ਸ਼ਿਵ ਦੇ ਗਣਾਂ ਦਾ ਵੱਡਾ ਭਾਰਾ ਦਲ ਇੰਝ ਸੀ ਜਿਵੇਂ ਸਾਵਣ ਦੀ ਕਨਕੋਰ ਕਟਾ ਚੜ੍ਹਦੀ ਹੈ। ਅਨੰਤ ਬੂੰਦ ਬਾਣ ਤਾਰ ਸੁਧ ਕ੍ਰੁੱਧ ਕੇ ਬਠੀ। ਪੂਰੇ ਕ੍ਰੋਧ ਨਾਲ ਚਲੇ ਬਾਣ ਅਨੰਤ ਬੂੰਦਾਂ ਦੀ ਝੜੀ ਵਾਂਗ ਵਰ ਰਹੇ ਸਨ। ਨਰਾਜ ਛੰਦ। ਬੇਅੰਤ ਸੂਰ ਤਾਵਹੀ। ਬੇਅੰਤ ਸੂਰਮੇ ਭੱਜ ਰਹੇ ਸਨ। ਸੋ ਮਾਰੂ ਮਾਰੂ ਕਾਵਹੀ। ਅਤੇ ਮਾਰੋ ਮਾਰੋ ਬੋਲ ਰਹੇ ਸਨ। ਅਘਾਈ ਘਾਏ ਉੱਠ ਹੀ। ਜ਼ਖਮ ਖਾ ਕੇ
ਅਤ੍ਰਿਪਤ ਯੋਧੇ ਫਿਰ ਉੱਠ ਖਲੋਂਦੇ ਸਨ। ਅਨੇਕ ਬਾਣ ਬੁੱਢੀ ਅਤੇ ਅਨੇਕਾਂ ਬਾਣਾਂ ਦੀ ਵਰਖਾ ਕਰਦੇ ਸਨ। ਅਨੰਤ ਅਸਤਰ ਸਜ ਕੇ, ਅਸਤਰਾਂ ਨਾਲ ਸਜ ਕੇ ਚਲੇ ਸੁਬੀਰ ਗੱਜ ਕੇ, ਅਤੇ ਗੱਜ ਵੱਜ ਕੇ ਅਨੰਤ ਸੂਰਮੇ ਜੰਗ ਨੂੰ ਚੱਲ ਰਹੇ ਸਨ। ਨਿਰਭੈ ਹਥਿਆਰ ਚਾਰ ਹੀ ਪੈ ਤੋਂ ਰਹਿਤ ਹੋ ਕੇ ਸ਼ਸਤਰ ਚਲਾਉਂਦੇ ਸਨ। ਸੋ ਮਾਰੋ ਮਾਰ ਉਚਾ ਰਹੀ ਅਤੇ ਮੋਹੋਂ ਮਾਰੋ ਮਾਰੋ ਬੋਲਦੇ ਸਨ। ਕਮੰਡ ਕੋਰ ਜਿਉਂ ਕਟਾ, ਸਾਵਣ ਦੀ ਕਨਕੋਰ ਕਟਾ ਵਾਂਗ ਚਲੇ ਬਨਾਹੇ ਤਿਉਂ ਤਟਾ। ਜੋਧੇ ਠਾਠ ਬਣਾ ਕੇ ਚਲੇ ਸਨ। ਸੋ ਸ਼ਸਤਰ ਸੂਰ ਸੋਭ ਹੀ, ਸੂਰਮੇ ਸ਼ਸਤਰਾਂ ਨਾਲ ਸੋਭ ਰਹੇ ਸਨ। ਸੁਤਾ ਸੁਰਾਨ ਲੋਭ ਹੀ, ਉਹਨਾਂ ਨੂੰ ਵੇਖ ਕੇ ਦੇਵ ਕੰਨਿਆਵਾਂ ਲੁਭਾਇਮਾਨ ਹੋ ਰਹੀਆਂ ਸਨ। ਸੋ ਬੀਰ ਬੀਨ ਕੇ ਬਰੇ, ਉਹ ਸੂਰਮਿਆਂ ਨੂੰ ਚੁਣ ਚੁਣ ਕੇ ਵਰ ਰਹੀਆਂ ਸਨ। ਸੁਰੇਸ ਲੋਕ ਵਿਚਰੇ ਅਤੇ ਇੰਦਰ ਲੋਕ ਵਿੱਚ ਖੁਸ਼ੀ ਨਾਲ ਵਿਚਰਦੀਆਂ ਸਨ। ਸੋ ਤਰਾਸ ਪੂਪ ਜੇ ਭਜੇ, ਡਰ ਨਾਲ ਜਿਹੜੇ ਰਾਜੇ ਜੰਗ ਤੋਂ ਭੱਜ ਗਏ ਸਨ। ਸੋ ਦੇਵ ਪੁੱਤਰ ਕਾਪ ਤਜੇ, ਉਹਨਾਂ ਨੂੰ ਦੇਵ ਕੰਨਿਆਵਾਂ ਨੇ ਤਿਆਗ ਦਿੱਤਾ ਸੀ। ਬ੍ਰਿਧ ਨਰਾਜ ਛੰਦ। ਸੋ ਸ਼ਸਤਰ ਅਸਤਰ ਸਜ ਕੇ ਪਰੇ ਹੁਕਾਰ ਕੇ ਹਠੀ। ਹਠੀਲੇ ਸੂਰਮੇ ਅਸਤਰ ਸ਼ਸਤਰ ਸਜਾ ਕੇ ਅਤੇ ਲਲਕਾਰਦੇ ਹੋਏ ਪੈਂਦੇ ਸਨ। ਬਿਲੋਕ ਰੁਦਰ ਰੁਦਰ ਕੋ ਬਨਾਏ ਸੈਨ ਇਕੱਠੀ। ਸ਼ਿਵਜੀ ਦੇ ਭਿਆਨਕ ਰੂਪ ਨੂੰ ਵੇਖ ਕੇ ਰਾਜਿਆਂ ਨੇ ਸੈਨਾ ਇਕੱਠੀ ਕਰ ਲਈ ਸੀ। ਅਨੰਤ ਕੌਰ ਸਾਵਣੀ ਦੁਰੰਤ ਜਿਉ ਉੱਠੀ ਕਟਾ। ਸਾਵਣ ਦੀ ਕਨਕੌਰ ਕਟਾ ਵਾਂਗ ਅਨੰਤ ਸੈਨਾ ਦੀ ਪ੍ਰਚੰਡ ਕਟਾ ਚੜ੍ਹ ਆਈ ਸੀ। ਸੁਸੋਭ ਸੂਰਮਾ ਨਚੇ ਸੁਛੀਨ ਛਤਰ ਕੀ ਛਟਾ। ਸੂਰਮੇ ਨੱਚਦੇ ਹੋਏ ਇੰਜ ਸ਼ੋਭ ਰਹੇ ਸਨ, ਮਾਨੋ ਉਹਨਾਂ ਨੇ ਛਤਰ ਦੀ ਸ਼ੋਭਾ ਖੋਹ ਲਈ ਹੋਵੇ। ਕੰਪਾਏ ਖੱਗ ਪਾਣ ਮੋ ਤ੍ਰਪਾਏ ਤਾਜੀਅਨ ਤਹਾਂ। ਹੱਥ ਵਿੱਚ ਖੜਗ ਨੂੰ ਘੁਮਾ ਕੇ ਅਤੇ ਘੋੜਿਆਂ ਨੂੰ ਕੁਦਾ ਕੇ। ਜੁਆਨ ਆਨ ਕੇ ਪਰੇ ਸੁਰੁਦਰ ਠਾਠਿਬੋ ਜਹਾਂ। ਸੂਰਵੀਰ ਉੱਥੇ ਆ ਕੇ ਹਮਲਾਵਰ ਹੋਏ ਜਿੱਥੇ ਸ਼ਿਵਜੀ ਖੜੋਤੇ ਸਨ। ਬੇਅੰਤ ਬਾਣ ਸਹਿਹਤੀ ਪ੍ਰਹਾਰ ਆਨ ਕੇ ਕਰੇ। ਉਹਨਾਂ ਨੇ ਆ ਕੇ ਤੀਰਾਂ ਅਤੇ ਬਰਛੀਆਂ ਦੇ ਬੇਅੰਤ ਵਾਰ ਕਰ ਦਿੱਤੇ। ਥਕੇਲ ਰੇਲ ਲੈ ਚਲੇ ਪਛੇਲ ਪਾਵ ਨਾ ਟਰੇ। ਇਸ ਤਰ੍ਹਾਂ ਸ਼ਿਵ ਜੀ ਨੂੰ ਤੱਕ ਕੇ ਲੈ ਚਲੇ, ਪਰ ਸ਼ਿਵ ਜੀ ਦਾ ਪਿੱਛੇ ਵੱਲ ਇੱਕ ਕਦਮ ਵੀ ਨਾ ਪਿਆ। ਸੜਕ ਸੂਲ ਸਹਿਹਤੀ ਤੜਕ ਤੇਗ ਤੀਰਿਅਨ। ਨੇਜ਼ੇ ਅਤੇ ਸਹਿਤੀਆਂ ਸੜਕ ਕਰਕੇ ਵੱਜਦੀਆਂ ਸਨ ਅਤੇ ਤੇਗਾਂ ਤੇ ਤੀਰ ਤੜਕ ਕਰਕੇ ਚਲਦੇ ਸਨ। ਬਬਕ ਬਾਖ ਜਿਉਂ ਬਲੀ ਬਪਕ ਕਾਏ ਬੀਰਿਅਨ। ਸ਼ੇਰ ਵਾਂਗ ਸੂਰਮੇ ਦਹਾੜਦੇ ਸਨ ਅਤੇ ਸੂਰਮਿਆਂ ਦੇ ਜ਼ਖਮਾਂ ਵਿੱਚੋਂ ਪੱਕ ਪੱਕ ਕਰਕੇ ਲਹੂ ਵਗਦਾ ਸੀ। ਅਘਾਏ ਘਾਏ ਕੇ ਗਿਰੇ ਪਛੇਲ ਪਾਵ ਨਾ ਟਰੇ। ਜ਼ਖਮ ਖਾ ਕੇ ਯੁੱਧ ਕਰਮ ਵਿੱਚ ਤ੍ਰਿਪਤ ਹੋਏ ਸੂਰਮੇ ਡਿੱਗ ਰਹੇ ਸਨ, ਪਰ ਪਿੱਛੇ ਨੂੰ ਪੈਰ ਨਹੀਂ ਸਨ ਰੱਖਦੇ। ਸੋ ਬੀਨ ਬੀਨ ਅਛਰੇ ਪ੍ਰਬੀਨ ਦੀਨ ਹੋਏ ਬਰੇ। ਪ੍ਰਬੀਨ ਸੂਰਮਿਆਂ ਨੂੰ ਚੁਣ ਚੁਣ ਕੇ ਅਪਛਰਾਵਾਂ ਵਰ ਰਹੀਆਂ ਸਨ। ਚੌਪਈ। ਏ ਬਿਧ ਜੂਝ ਗਿਰਿਓ ਸਭ ਸਾਥਾ। ਇਸ ਤਰ੍ਹਾਂ ਨਾਲ ਸਾਰਾ ਸਾਥ ਜੂਝ ਕੇ ਡਿੱਗ ਪਿਆ। ਰਹਿ ਗਇਓ ਦਕਸ਼ ਅਕੇਲ ਅਨਾਥਾ। ਇਕੱਲਾ ਦਕਸ਼ ਹੀ ਅਨਾਥ ਜਿਹਾ ਹੋ ਕੇ ਰਹਿ ਗਿਆ। ਬਚੇ ਬੀਰ ਤੇ ਬਹੁਰ ਬੁਲਾਇਸ। ਜਿਹੜੇ ਸੂਰਮੇ ਬਚ ਗਏ ਸਨ, ਉਹਨਾਂ ਨੂੰ ਫਿਰ ਬੁਲਾ ਲਿਆ। ਪਹਿਰ ਕਵਚ ਤੁਦੰਬੀ ਬਜਾਇਸ। ਅਤੇ ਕਵਚ ਧਾਰਨ ਕਰਕੇ ਜੰਗ ਲਈ ਧੌਂਸਾ ਵਜਾ ਦਿੱਤਾ। ਆਪਨ ਚਲਾ ਜੁਧ ਕਹਿ ਰਾਜਾ। ਆਪਨ ਚਲਾ ਜੁਧ ਕਹੋ ਰਾਜਾ। ਰਾਜਾ ਆਪ ਯੁੱਧ ਨੂੰ ਚੱਲਿਆ। ਜੋਰ ਕਰੋੜ ਅਯੋਧਨ ਸਾਜਾ। 1 ਕਰੋੜ ਸੂਰਮੇ ਇਕੱਠੇ ਕਰਕੇ ਯੁੱਧ ਨੂੰ ਸਾਜਿਆ। ਛੂਟਤ ਬਾਣ ਕਮਾਨ ਅਪਾਰਾ। ਅਪਾਰ ਕਮਾਨਾਂ ਤੋਂ ਤੀਰ ਚਲਦੇ ਸਨ। ਜਨ ਦਿਨ ਤੇ ਹੋਏ ਗਇਓ ਅੰਧਾਰਾ। ਇੰਜ ਪ੍ਰਤੀਤ ਹੁੰਦਾ ਸੀ
ਮਾਨੋ ਦਿਨ ਨੂੰ ਹੀ ਹਨੇਰਾ ਹੋ ਗਿਆ ਹੋਵੇ। ਭੂਤ ਪ੍ਰੇਤ ਮਸਾਣ ਹਕਾਰੇ। ਭੂਤ ਪ੍ਰੇਤ ਅਤੇ ਮਸਾਣ ਬੋਲ ਰਹੇ ਸਨ। ਦੋਹਨ ਔਰ ਡੋਰ ਡਮਕਾਰੇ। ਦੋਹਾਂ ਪਾਸੇ ਡੋਰੂ ਡਮ ਡਮ ਕਰਦੇ ਸਨ। ਮਹਾਕੌਰ ਮਚਿਓ ਸੰਗਰਾਮਾ। ਵੱਡਾ ਭਿਆਨਕ ਯੁੱਧ ਮਚਿਆ ਹੋਇਆ ਸੀ। ਜੈਸਕ ਲੰਕ ਰਾਵਣ ਅਰ ਰਾਮਾ। ਜਿਵੇਂ ਕਿ ਲੰਕਾ ਵਿੱਚ ਰਾਵਣ ਅਤੇ ਸ਼੍ਰੀ ਰਾਮ ਚੰਦਰ ਵਿੱਚ ਹੋਇਆ ਸੀ। ਭੁਜੰਗ ਪ੍ਰਿਆਛਨ। ਪਇਓ ਰੁਦਰ ਕੋਪਨ ਤਰਿਓ ਸੂਲ ਪਾਣਨ। ਸ਼ਿਵ ਕ੍ਰੋਧਵਾਨ ਹੋ ਕੇ ਅਤੇ ਹੱਥ ਵਿੱਚ ਤ੍ਰਿਸ਼ੂਲ ਫੜ ਲਿਆ। ਕਰੇ ਸੂਰਮਾ ਸਰਬ ਖਾਲੀ ਪਲਾਣਨ। ਸਾਰਿਆਂ ਸੂਰਮਿਆਂ ਨੂੰ ਮਾਰ ਕੇ ਘੋੜਿਆਂ ਦੇ ਪਲਾਣ ਸਖਣੇ ਕਰ ਦਿੱਤੇ। ਉੱਤੇ ਇੱਕ ਦੱਛਣ ਇਤੇ ਰੁਦਰ ਏਕਨ। ਉੱਧਰ ਇੱਕ ਦਰਸ਼ ਸੀ ਅਤੇ ਇੱਧਰ ਇੱਕ ਰੁਦਰ ਜੀ ਸੀ। ਕਰਿਓ ਕੋਪ ਕੈ ਜੁਧ ਪਾਤਨ ਅਨੇਕਨ। ਦੋਹਾਂ ਨੇ ਕ੍ਰੋਧ ਕਰਕੇ ਅਨੇਕ ਤਰ੍ਹਾਂ ਨਾਲ ਯੁੱਧ ਕੀਤਾ। ਗਿਰਿਓ ਜਾਨ ਕੂਟਸਥਲੀ ਬ੍ਰਿਛ ਮੂਲਨ। ਜਿਸ ਤਰ੍ਹਾਂ ਪਹਾੜ ਦੀ ਚੋਟੀ ਤੋਂ ਮੁੱਢੋਂ ਪੁੱਟਿਆ ਬ੍ਰਿਛ ਡਿੱਗਦਾ ਹੈ। ਗਿਰਿਓ ਦਕਸ਼ ਤੈਸੇ ਕਟਿਓ ਸੀਸ ਸੂਲਨ। ਉਸੇ ਤਰ੍ਹਾਂ ਦਕਸ਼ ਦਾ ਸਿਰ ਤ੍ਰਿਸ਼ੂਲ ਨਾਲ ਕੱਟੇ ਜਾਣ ਤੇ ਡਿੱਗ ਪਿਆ। ਪਰਿਓ ਰਾਜ ਰਾਜਨ ਪਇਓ ਦੇਹ ਕਾਤਨ। ਜਦੋਂ ਰਾਜਿਆਂ ਦਾ ਰਾਜਾ ਦਕਸ਼ ਮਾਰਿਆ ਗਿਆ ਤਾਂ ਉਸ ਦੀ ਪਈ ਹੋਈ ਦੇਹ ਇਉਂ ਪ੍ਰਤੀਤ ਹੁੰਦੀ ਸੀ। ਹਨਿਓ ਜਾਨ ਬਜਰਨ ਪਇਓ ਪਬ ਪਾਤਨ। ਮਾਨੋ ਇੰਦਰ ਦੇ ਬਜਰ ਦਾ ਮਾਰਿਆ ਹੋਇਆ ਪਹਾੜ ਡਿੱਗ ਪਿਆ ਹੋਵੇ। ਗਇਓ ਗਰਭ ਸਰਬਨ ਭਜੋ ਸੂਰਬੀਰਨ। ਸਾਰਿਆਂ ਦਾ ਅਹੰਕਾਰ ਖਤਮ ਹੋ ਗਿਆ। ਸੂਰਵੀਰ ਭੱਜ ਗਏ। ਚਲਿਓ ਪਾਜ ਅੰਤਹਾਪੁਰ ਹੋਏ ਅਧੀਰਨ। ਅਤੇ ਧੀਰਜ ਤੋਂ ਹੀਣੇ ਹੋ ਕੇ ਜ਼ਨਾਨ ਖਾਨੇ ਅੰਦਰ ਜਾ ਵੜੇ। ਗਰੇ ਡਾਰ ਅੰਚਰ ਪਰੇ ਰੁਦਰ ਪਾਇਓ। ਗਲ ਵਿੱਚ ਪਲੂ ਪਾ ਕੇ ਸ਼ਿਵਜੀ ਦੇ ਚਰਨਾਂ ਉੱਤੇ ਡਿੱਗ ਪਿਆ। ਅਹੋ ਰੁਦਰ ਕੀਜੇ ਕਿਰਪਾ ਕਹਿ ਸਹਾਇਨ। ਅਤੇ ਕਹਿਣ ਲੱਗੇ, ਹੇ ਰੁਦਰ ਕਿਰਪਾ ਕਰਕੇ ਸਹਾਇਤਾ ਕਰੋ। ਚੌਪਈ। ਹਮ ਤੁਮਰੋ ਹਰ ਓਜ ਨ ਜਾਣਾ। ਹੇ ਸ਼ਿਵ ਅਸੀਂ ਤੁਹਾਡੇ ਬਲ ਨੂੰ ਨਹੀਂ ਜਾਣਿਆ। ਤੁਮ ਹੋ ਮਹਾ ਤਪੀ ਬਲਵਾਨਾ। ਤੁਸੀਂ ਵੱਡੇ ਤਪਸਵੀ ਤੇ ਬਲਵਾਨ ਹੋ। ਸੁਨਤ ਬਚਨ ਪਏ ਰੁਦਰ ਕਿਰਪਾਲਾ। ਇਹ ਬਚਨ ਸੁਣਦਿਆਂ ਹੀ ਸ਼ਿਵਜੀ ਕਿਰਪਾਲੂ ਹੋ ਗਏ। ਅਜਾ ਸੀਸ ਨ੍ਰਿਪ ਜੋਰ ਉਤਾਲਾ। ਅਤੇ ਛੇਤੀ ਨਾਲ ਬੱਕਰੇ ਦਾ ਸਿਰ ਰਾਜੇ ਦੇ ਧੜ ਨਾਲ ਜੋੜ ਦਿੱਤਾ। ਰੁਦਰ ਕਾਲ ਕੋ ਤਰਾ ਧਿਆਨਾ। ਸ਼ਿਵ ਨੇ ਕਾਲ ਪੁਰਖ ਦਾ ਧਿਆਨ ਧਰਿਆ। ਬਹੁਰ ਜਿਆਏ ਨਰੇਸ ਉਠਾਨਾ। ਅਤੇ ਰਾਜੇ ਦਕਸ਼ ਨੂੰ ਫਿਰ ਜੀਵਿਤ ਕਰਕੇ ਉਠਾ ਦਿੱਤਾ। ਰਾਜ ਸੁਤਾ ਪਤ ਸਕਲ ਜਿਆਏ। ਫਿਰ ਦਕਸ਼ ਰਾਜੇ ਦੀਆਂ ਪੁੱਤਰੀਆਂ ਦੇ ਸਾਰੇ ਪਤੀ ਜੀਵਿਤ ਕਰ ਦਿੱਤੇ। ਕੌਤਕ ਨਿਰਖ ਸੰਤ ਤ੍ਰਿਪਤਾਏ। ਇਸ ਕੌਤਕ ਨੂੰ ਵੇਖ ਕੇ ਸਾਰੇ ਸੰਤ ਪ੍ਰਸੰਨ ਹੋ ਗਏ। ਨਾਰਹੀਨ ਸਿਵ ਕਾਮ ਖਿਜਾਇਓ। ਸਤੀ ਦੇ ਗੁਜ਼ਰਨ ਤੋਂ ਬਾਅਦ ਇਸਤਰੀ ਤੋਂ ਹੀਨ ਹੋਏ ਸ਼ਿਵਜੀ ਨੂੰ ਕਾਮ ਨੇ ਬਹੁਤ ਖਿਜਾਇਆ। ਤਾਂ ਤੇ ਸੁੰਭ ਘਨੋ ਦੁੱਖ ਪਾਇਓ। ਜਿਸ ਕਰਕੇ ਸ਼ਿਵਜੀ ਨੇ ਬਹੁਤ ਦੁੱਖ ਪਾਇਆ। ਅਧਿਕ ਕੋਪ ਕੇ ਕਾਮ ਜਰਾਇਸ। ਪਰ ਅੰਤ ਨੂੰ ਬਹੁਤ ਕ੍ਰੋਧ ਕਰਕੇ ਸ਼ਿਵਜੀ ਨੇ ਕਾਮ ਨੂੰ ਸਾੜ ਦਿੱਤਾ। ਬਿਤਨ ਨਾਮ ਤਿਹ ਤਦਿਨ ਕਹਾਇਸ। ਉਸ ਦਿਨ ਤੋਂ ਕਾਮ ਦਾ ਨਾਂ ਬਿਤਨ ਤਨ ਤੋਂ ਬਿਨਾਂ ਜਾਂ ਅਨੰਗ ਕਿਹਾ ਜਾਣ ਲੱਗਾ। ਇਤ ਸ਼੍ਰੀ ਬਚਿੱਤਰ ਨਾਟਕ ਗ੍ਰੰਥੇ ਰੁਦਰ ਪ੍ਰਬੰਧ ਦਛ ਬਦਹੀ ਰੁਦਰ ਮਹਾਤਮੇ ਗੌਰ ਬਦਹ 11ਵਾਂ ਅਵਤਾਰ
ਸੰਪੂਰਣਮ ਸਤ ਸੁਭਮ ਸਤ। ਇੱਥੇ ਸ਼੍ਰੀ ਬਚਿੱਤਰ ਨਾਟਕ ਗ੍ਰੰਥ ਦੇ ਰੁਦਰ ਪ੍ਰਬੰਧ ਦਕਸ਼ ਬੱਧ, ਰੁਦਰ ਮਹਾਤਮ ਅਤੇ ਗੌਰੀ ਬੱਧ 11ਵਾਂ ਅਧਿਆਇ ਸਮਾਪਤਮ। ਸਭ ਸ਼ੁਭ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।